श्री वाहिगुरु साहिब जी। प्रहलाद पठाए पढ़नसाल, संग सखा बहुलिए बाल। मौका कहाँ पढ़ावस आल जाल। मेरी पटिया लिख दे हो श्री गोपाल। प्रहलाद पठाए पढ़नसाल। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। प्रहलाद पठाए पढ़नसाल। लख खुशियाँ बादशाहियाँ जे सतगुर नजर करे। अमर शहीद धन धन बाबा हनुमान सिंह जी जिन्हां दा जन्म फिरोजपुर जिले दे विच बाबा गरजा सिंह जी बाट ते माता हरनाम कौर दी कुखों होया। तिन्हां दा अज जन्म दिहाड़ा मनाया जा रहा है। गुरु घर आईयां समूह संगतां नूं सब तो पहला गुरुद्वारा साहिब वालों लख लख बधाई होवे। आओ हुण कथा सुनो। लड़ीवार कथा के दौरान भगत कबीर साहब जी की बाणी की कथा विचार चल रही है। धन भगत कबीर साहब जी तो किसी जगियासू ने पूछया कि भगत प्रहलाद की परमात्मा ने किवें रखिया कीती। तदों उत्तर दे विच धन भगत कबीर साहब जी फरमान करते हैं कि जिस समय भगत प्रहलाद जी पढ़न वाले घर यानी पाठशाला दे विच भेजना कीते। संग सखा बहुलिए बाल। भगत प्रहलाद जी दे नाल बहुत सारे अपने मित्र बालक लैना कीते सन। जदों पाठशाला विच संडा ते मरका राजनीति आदि की विद्या पढ़ाउण लगे। तदों प्रहलाद जी ने कहा मौका कहाँ पढ़ावस आल जाल। ये पांधा जी मेरे ताई घर दे धंधियां दे विच फसन की विद्या की पढ़ाउणा करदे हो। मेरी पटिया लिख दे हो श्री गोपाल। मेरी पट्टी दे उपर शोभा दे मालक गोपाल परमात्मा का नाम लिख देना करो। नहीं
ਨਹੀਂ ਛੋਡਾਓ ਰੇ ਬਾਬਾ ਰਾਮ ਨਾਮ। ਅੱਗੋਂ ਪਾਂਧੇ ਨੇ ਝਿੜਕਿਆ ਕਿ ਪਰਮਾਤਮਾ ਦਾ ਨਾਮ ਲੈਣਾ ਤੇਰੇ ਪਿਤਾ ਦਾ ਹੁਕਮ ਨਹੀਂ ਹੈ, ਇਸ ਲਈ ਤੂੰ ਇਹ ਨਾਮ ਲੈਣਾ ਛੱਡ ਦੇ। ਤਾਂ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਹੇ ਬਾਬਾ, ਹੇ ਪਾਂਧਾ ਜੀ, ਮੈਂ ਰਾਮ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਾਂਗਾ। ਮੇਰੂ ਔਰ ਪੜਨ ਸਿਓ ਨਹੀਂ ਕਾਮ। ਮੇਰਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਰਾਜਨੀਤੀ, ਦੈਂਤਾਂ ਦੀ ਵਿਦਿਆ ਆਦਿਕ ਕੁਝ ਪੜ੍ਹਨ ਦੇ ਨਾਲ ਕੋਈ ਵੀ ਕੰਮ ਨਹੀਂ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਡੈ ਮਰ ਕੈ ਕਹਿਓ ਜਾ। ਫਿਰ ਸੰਡੇ ਅਤੇ ਮਰਕੇ ਨੇ ਪ੍ਰਹਿਲਾਦ ਦੀ ਮਾਤਾ ਦੇ ਕੋਲ ਜਾ ਕੇ ਕਹਿਣਾ ਕੀਤਾ ਕਿ ਪ੍ਰਹਲਾਦ ਬੁਲਾਏ ਬੇਗ ਧਾਈ। ਉਸ ਵੇਲੇ ਛੇਤੀ ਨਾਲ ਧਾਈ ਹਲਕਾਰੀ ਨੂੰ ਭੇਜ ਕੇ ਪ੍ਰਹਿਲਾਦ ਭਗਤ ਜੀ ਆਪਣੇ ਪਾਸ ਬੁਲਾ ਲਏ। ਤੂੰ ਰਾਮ ਕਹਿਨ ਕੀ ਛੋੜ ਬਾਨ। ਫਿਰ ਮਾਂ ਨੇ ਕਿਹਾ ਕਿ ਹੇ ਪ੍ਰਹਿਲਾਦ, ਤੂੰ ਰਾਮ ਨਾਮ ਆਖਣ ਦੀ ਆਦਤ ਛੱਡ ਦੇਣਾ ਕਰ। ਤੋਜ ਤੁਰਤ ਛਡਾਊ ਮੇਰੋ ਕਹਿਓ ਮਾਨ। ਤੂੰ ਮੇਰਾ ਆਖਾ ਮੰਨ ਲੈਣਾ ਕਰ, ਮੈਂ ਤੈਨੂੰ ਛੇਤੀ ਨਾਲ ਛੁਡਾ ਲਵਾਂਗੀ। ਮੋਕਉ ਕਹਾਂ ਸਤਾਵਹੁ ਬਾਰ ਬਾਰ। ਫਿਰ ਜਦੋਂ ਹਰਨਾਖਸ਼ ਨੂੰ ਪਤਾ ਲੱਗਾ ਤਾਂ ਉਸਨੇ ਪਕੜ ਲਿਆ, ਬਹੁਤ ਡਰਾਇਆ, ਪਰ ਪ੍ਰਹਿਲਾਦ ਨਾ ਡਰਿਆ। ਫਿਰ ਪ੍ਰਹਿਲਾਦ ਨੂੰ ਪਾਣੀ ਵਿੱਚ ਸੁੱਟਿਆ ਗਿਆ, ਪਹਾੜ ਤੋਂ ਸੁੱਟਿਆ ਗਿਆ, ਇਤਿਆਦਿਕ ਸਜ਼ਾ ਦਿੱਤੀ। ਜਦ ਫਿਰ ਵੀ ਪ੍ਰਹਿਲਾਦ ਨੂੰ ਕੁਝ ਨਾ ਹੋਇਆ, ਫਿਰ ਹਰਨਾਖਸ਼ ਨੂੰ ਕਿਹਾ ਕਿ ਮੈਂ ਤੈਨੂੰ ਮਾਰਾਂਗਾ। ਤਦੋਂ ਪ੍ਰਹਿਲਾਦ ਜੀ ਨੇ ਕਿਹਾ ਕਿ ਮੇਰੇ ਤਾਈਂ ਐਵੇਂ ਮੁੜ ਮੁੜ ਕੇ ਤੁਸੀਂ ਕੀ ਸਤਾਉਣਾ ਕਰਦੇ ਹੋ। ਪ੍ਰਭ ਜਲ ਥਲ ਗਿਰ ਕੀਏ ਪਹਾੜ। ਇਹ ਪਾਣੀ ਵਾਲੀਆਂ ਥਾਵਾਂ, ਥਲ ਖੁਸ਼ਕ ਥਾਵਾਂ ਅਤੇ ਵੱਡੇ ਵੱਡੇ ਪਹਾੜ ਪਰਮਾਤਮਾ ਨੇ ਹੀ ਬਣਾਉਣਾ ਕੀਤੇ ਹਨ। ਇਕ ਰਾਮ ਨਾ ਛੋਡੋ ਗੁਰ ਹੈ ਗਾਰ। ਮੈਂ ਇੱਕ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਾਂਗਾ, ਕਿਉਂਕਿ ਨਾਮ ਛੱਡਣ ਨਾਲ ਮੇਰੇ ਗੁਰੂ ਨਾਰਦ ਮੁਨੀ ਨੂੰ ਗਾਲੀ ਕਲੰਕ ਲੱਗੇਗਾ ਕਿ ਨਾਰਦ ਮੁਨੀ ਦੇ ਚੇਲੇ ਨੇ ਆਪਣੇ ਪਿਓ ਤੋਂ ਡਰਦਿਆਂ ਨਾਮ ਜਪਣਾ ਛੱਡ ਦਿੱਤਾ ਹੈ। ਇਸੇ ਪ੍ਰਕਾਰ ਰਾਮ ਨਾ ਛੋਡੋ ਗੁਰ ਹੈ ਗਾਰ। ਮੈਂ ਰਾਮ ਨਾਮ ਨਹੀਂ ਛੱਡਾਂਗਾ, ਕਿਉਂਕਿ ਰਾਮ ਨਾਮ ਛੱਡਣ ਕਰਕੇ ਮੇਰੀ ਕੁਝ ਗਲ ਜਾਏਗੀ, ਜਾਂ ਮੈਂ ਆਪਣੇ ਗੁਰੂ ਦੀ ਗਾਰ ਸੁਗੰਧ ਖਾ ਕੇ ਕਹਿੰਦਾ ਹਾਂ ਕਿ ਮੈਂ ਰਾਮ ਨਾਮ ਜਪਣਾ ਨਹੀਂ ਛੱਡਾਂਗਾ। ਮੋਕਉ ਕਾਲ ਜਾਰ ਭਾਵੈ ਮਾਰ ਡਾਰ। ਮੇਰੇ ਤਾਈਂ ਭਾਵੇਂ ਅੱਗ ਦੇ ਵਿੱਚ ਪਾ ਕੇ ਸਾੜ ਦੇਵੋ ਤੇ ਭਾਵੇਂ ਕਿਸੇ ਸ਼ਾਸਤਰ ਨਾਲ ਮਾਰ ਕੇ ਮੈਨੂੰ ਸੁੱਟ ਦੇਵੋ। ਕਾਢ ਖੜਗ ਕੋਪਿਓ ਰਿਸਾਈ। ਉਸ ਸਮੇਂ ਹਰਨਾਖਸ਼ ਤਲਵਾਰ ਕੱਢ ਕੇ ਖਿੱਚ ਕੇ ਗੁੱਸੇ ਦੇ ਸਹਿਤ ਹੋਇਆ। ਜਾਂ ਦੂਸਰਾ ਪਾਠ ਕੋ ਪਿਓ ਰਸਾਈ, ਤਲਵਾਰ ਨੂੰ ਕੱਢ ਕੇ ਪ੍ਰਹਿਲਾਦ ਦਾ ਪਿਤਾ ਗੁੱਸੇ ਦੇ ਸਹਿਤ ਹੋਇਆ ਅਤੇ ਆਖਣ ਲੱਗਾ,
ਤੁਝ ਰਾਖਨ ਹਾਰੋ ਮੋਹਿ ਬਤਾਏ। ਕਿ ਹੁਣ ਤੈਨੂੰ ਮੇਰੇ ਕੋਲੋਂ ਕਿਹੜਾ ਰੱਖਿਆ ਕਰਕੇ ਬਚਾਉਣ ਵਾਲਾ ਹੈ, ਤੂੰ ਮੈਨੂੰ ਦੱਸਣਾ ਕਰ। ਪ੍ਰਭ ਥੰਮ ਤੇ ਨਿਕਸੇ ਕੈ ਬਿਸਥਾਰ। ਤਦੋਂ ਵੱਡਾ ਸਰੂਪ ਧਾਰ ਕਰਕੇ ਪ੍ਰਭੂ ਜੀ ਥਮਲੇ ਤੋਂ ਬਾਹਰ ਨਿਕਲ ਆਏ। ਹਰ ਨਾਖਸ ਛੇਦਿਓ ਨਖ ਬੇਦਾ। ਤਦੋਂ ਹਰ ਨਾਖਸ਼ ਨੂੰ ਨੰਦਰਾਂ ਦੇ ਨਾਲ ਪਾੜ ਕੇ ਚੀਰ ਫਾੜ ਕਰ ਦਿੱਤਾ, ਉਸ ਨੂੰ ਨਾਸ਼ ਕਰ ਦਿੱਤਾ। ਓਏ ਪਰਮ ਪੁਰਖ ਦੇਵਾਦ ਦੇਵਾ। ਉਹ ਪਰਮਾਤਮਾ ਇੰਜ ਸਭ ਤੋਂ ਵੱਡਾ ਪੁਰਖ ਵਿਆਪਕ ਅਤੇ ਦੇਵਾਦ ਦੇਵਤਿਆਂ ਦਾ ਵੀ ਵੱਡਾ ਦੇਵਤਾ ਹੈ, ਜਾਂ ਦੇਵਤਿਆਂ ਦਾ ਵੀ ਅਧਿਪਤੀ ਪ੍ਰਕਾਸ਼ ਰੂਪ ਹੈ। ਭਗਤ ਹੇਤ ਨਰ ਸਿੰਘ ਭੇਵਾ। ਉਹ ਭਗਤੀ ਦੇ ਹਿਤ ਕਰਕੇ ਪ੍ਰਹਿਲਾਦ ਦੀ ਰੱਖਿਆ ਕਾਰਨ ਨਰਸਿੰਘ ਰੂਪ ਭੇਵ ਹੋਇਆ ਹੈ। ਕਹੈ ਕਬੀਰ ਕੋ ਲਖੈ ਨਾ ਪਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਸ ਪ੍ਰਭੂ ਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਜਾਣ ਸਕਦਾ। ਪ੍ਰਹਲਾਦ ਉਧਾਰੇ ਅਨਕ ਬਾਰ। ਉਸ ਪ੍ਰਭੂ ਨੇ ਅਨੇਕਾਂ ਮਾਰ ਪ੍ਰਹਿਲਾਦ ਭਗਤ ਜੀ ਨੂੰ ਤਾਰਨਾ ਕੀਤਾ, ਬਚਾਉਣਾ ਕੀਤਾ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਡਾ ਨਿਸ਼ਚਾ ਨਾਮ ਜਪਣ ਦੇ ਉੱਪਰ ਵੱਜ ਜਾਏ, ਭਗਤੀ ਦੇ ਉੱਪਰ ਵੱਜ ਜਾਏ। ਡਿੱਗਿਆ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਅਸੀਂ ਦੀਵੇ ਦੀ ਲਾਟ ਦੇ ਵਾਂਗ ਕਦੀ ਵੀ ਡਾਵਾਂਡੋਲ ਨਾ ਹੋਈਏ, ਇਸ ਵਾਸਤੇ ਸਾਧ ਸੰਗਤ ਜੀਓ ਭਗਤ ਪ੍ਰਹਿਲਾਦ ਜੀ ਦੀ ਸਾਖੀ ਸੁਣਾਈ ਹੈ। ਹਰ ਰੋਜ਼ ਆਪਾਂ ਹੁਣ ਆਸਾ ਜੀ ਦੀ ਵਾਰ ਦਾ ਭੋਗ ਪਿਆ ਹੈ, ਸਵੇਰ ਦੀ ਸੰਧਿਆ ਵਕਤ ਅਤੇ ਸ਼ਾਮ ਸੋਦਰ ਦੀ ਸੰਧਿਆ ਵਕਤ, ਦੋਨੇ ਟਾਈਮ ਇਹ ਛੱਕਾ ਪੜ੍ਹਦੇ ਹਾਂ। ਰਾਗੀ ਸੰਕੀਰਤਨ ਕਰਦੇ ਨੇ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਮੈਂ ਪਹਿਲਾਂ ਸੋਚਦਾ ਹੁੰਦਾ ਸੀ ਕਿ ਰਹਿਰਸ ਤੋਂ ਪਹਿਲਾਂ ਇਹ ਸ਼ਬਦ ਕਿਉਂ ਛੱਕਾ ਪੜ੍ਹਿਆ ਜਾਂਦਾ। ਆਸਾ ਦੀ ਵਾਰ ਦੇ ਵਿੱਚ ਤਾਂ ਭਲਾ ਚਲੋ ਆਉਂਦਾ ਹੈ, ਕਿਉਂਕਿ ਚੌਥੇ ਪਾਤਸ਼ਾਹ ਦੇ ਜਿਹੜੇ ਛੰਦ ਨੇ ਉਹ ਆਸਾ ਦੀ ਵਾਰ ਦੇ ਸਲੋਕਾਂ ਦੇ ਉੱਪਰ ਪੜ੍ਹੇ ਜਾਂਦੇ ਨੇ। ਉੱਪਰ ਤੋਂ ਰਾਗੀ ਸਿੰਘ ਪੜ੍ਹਦੇ ਆਉਂਦੇ ਨੇ ਅਤੇ ਫਿਰ ਇਹ ਆਖਰੀ ਛੱਕਾ ਵੀ ਪੜ੍ਹਨਾ ਪੈਂਦਾ। ਪਰ ਸ਼ਾਮ ਨੂੰ ਇਹ ਕਿਉਂ ਪੜ੍ਹਦੇ ਨੇ? ਸੰਧਿਆ ਦਾ ਵਕਤ, ਇਹਦਾ ਕੀ ਮਤਲਬ ਹੈ? ਤੋ ਜਿਹੜੀ ਸਮਝ ਆਈ ਉਸ ਬਾਬਤ ਇਹ ਬੇਨਤੀ ਹੈ ਕਿ ਜਿਸ ਵਕਤ ਭਗਤ ਪ੍ਰਹਿਲਾਦ ਦੀ ਨਰਸਿੰਘ ਭਗਵਾਨ ਨੇ ਰਕਸ਼ਾ ਕੀਤੀ ਔਰ ਹਰਨਾਕਸ਼ ਨੂੰ ਆਪਣੇ ਪੱਟਾਂ ਉੱਪਰ ਲਿਟਾ ਕੇ ਮਾਰਿਆ, ਤਾਂ ਉਹਨੂੰ ਦੱਸ ਕੇ ਉਹਦੇ 12 ਦੇ 12 ਮਰ ਪੂਰੇ ਕੀਤੇ ਸਨ। ਉਹਨਾਂ 12 ਮਰਾਂ ਦੇ ਵਿੱਚੋਂ ਇੱਕ ਇਹ ਵੀ ਵਰ ਸੀਗਾ ਕਿ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ। ਕਹਿੰਦੇ 10 ਪੁੱਤ ਹੁਣ ਦਿਨ ਹੈ ਕਿ ਰਾਤ ਹੈ? ਕਹਿੰਦੇ ਜੀ ਨਾ ਦਿਨ ਹੈ ਤੇ ਨਾ ਰਾਤ ਹੈ। ਟਾਈਮ ਕਿਹੜਾ ਸੀਗਾ? ਸੰਧਿਆ ਦਾ। ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ। ਜਦੋਂ ਸੂਰਜ ਅਸਤ ਹੋ ਜਾਂਦਾ ਤੇ ਰਾਤ ਅਜੇ ਪਈ ਨਹੀਂ ਹੁੰਦੀ,
ਸਵੇਰੇ ਵੀ ਆਸਾ ਦੀ ਵਾਰ ਦੇ ਸਮਾਪਤੀ 'ਤੇ ਇਹ ਛੱਕਾ ਉਸ ਵਕਤ ਪੜ੍ਹਿਆ ਜਾਂਦਾ ਹੈ, ਅਜੇ ਸੂਰਜ ਨਹੀਂ ਚੜ੍ਹਿਆ ਪਰ ਚਾਨਣ ਹੋ ਗਿਆ। ਨਾ ਆਪਾਂ ਦਿਨ ਕਹਿ ਸਕਦੇ ਹਾਂ ਅਤੇ ਨਾ ਹੀ ਰਾਤ ਕਹਿ ਸਕਦੇ ਹਾਂ। ਇਸ ਵਾਸਤੇ ਸੋ ਸੰਧਿਆ ਦੇ ਸਮੇਂ ਭਗਤ ਪ੍ਰਹਿਲਾਦ ਦੀ ਰੱਖਿਆ ਹੋਈ ਅਤੇ ਉਹਦੇ 12 ਵਰ੍ਹਿਆਂ ਨੂੰ ਮਹਾਰਾਜ ਨੇ ਪੂਰਾ ਕੀਤਾ। ਭਗਤ ਪ੍ਰਹਿਲਾਦ ਜੀ ਦੀ ਯਾਦ ਦੇ ਵਿੱਚ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ। ਇਸ ਯਾਦ ਦੇ ਵਿੱਚ ਇਹ ਛੱਕਾ ਪੜ੍ਹਿਆ ਜਾਂਦਾ ਹੈ। ਸੋ ਭਗਤ ਪ੍ਰਹਿਲਾਦ ਜੀ ਦੀ ਵਾਹਿਗੁਰੂ ਜੀ ਨੇ ਰਕਸ਼ਾ ਕੀਤੀ। ਜੇ ਆਪਾਂ ਵੀ ਦ੍ਰਿੜਤਾ ਦੇ ਨਾਲ, ਭਰੋਸੇ ਨਾਲ ਪ੍ਰਭੂ ਦਾ ਨਾਮ ਜਪਾਂਗੇ ਤਾਂ ਸਾਡੀ ਵੀ ਮੋਹ ਤੋਂ, ਮਾਇਆ ਤੋਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਕਾਰਾਂ ਤੋਂ ਰਕਸ਼ਾ ਹੋਵੇਗੀ। ਇਹ ਵਾਹਿਗੁਰੂ ਦੀ ਕਿਰਪਾ ਹੋਵੇਗੀ। ਸੋ ਇਹ ਭਗਤ ਕਬੀਰ ਸਾਹਿਬ ਜੀ ਨੇ ਸਾਡਾ ਨਿਸ਼ਚਾ ਬਣਾਉਣ ਲਈ ਸ਼ਬਦ ਉਚਾਰੇ ਹੈ। ਅਗਲਾ ਸ਼ਬਦ ਸਰਵਣ ਕਰੋ ਜੀ। ਇਸ ਤਨ ਮਨ ਮਦੇ ਮਦਨ ਚੋਰ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਵਿਕਾਰਾਂ ਤੋਂ ਬਚਣ ਲਈ ਪ੍ਰਭੂ ਅੱਗੇ ਬੇਨਤੀ ਕਰਦੇ ਨੇ ਕਿ ਇਸ ਤਨ ਦੇ ਅੰਦਰ, ਮਨ ਦੇ ਵਿੱਚ ਮਦਨ ਕਾਮ ਰੂਪੀ ਚੋਰ ਰਹਿੰਦਾ ਹੈ। ਇਸ ਦੇ ਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰ। ਜਿਨ ਗਿਆਨ ਰਤਨ ਹਿਰ ਲੀਨ ਮੋਰ। ਜਿਸ ਕਾਮ ਨੇ ਗਿਆਨ ਰੂਪੀ ਰਤਨ ਨੂੰ ਮੇਰੇ ਹਿਰਦੇ ਵਿੱਚੋਂ ਚੁਰਾ ਲੈਣਾ ਕੀਤਾ ਹੈ, ਜਿਸ ਦੇ ਮਨ ਵਿੱਚ ਕਾਮ ਦਾ ਫੁਰਨਾ ਚੱਲ ਰਿਹਾ, ਉਹ ਕਦੀ ਵੀ ਇਕਾਗਰਤਾ ਦੇ ਨਾਲ ਬਾਣੀ ਨਹੀਂ ਪੜ੍ਹ ਸਕਦਾ, ਪਾਠ ਪੂਜਾ ਨਹੀਂ ਕਰ ਸਕਦਾ, ਚੌਂਕੜਾ ਮਾਰ ਕੇ ਸਮਾਧੀ ਨਹੀਂ ਲਾ ਸਕਦਾ, ਸਿਮਰਨ ਨਹੀਂ ਕਰ ਸਕਦਾ। ਉਹਦਾ ਮਨ ਜਿਵੇਂ ਦੁੱਧ ਫਟ ਜਾਂਦਾ, ਫਟਿਆ ਦੁੱਧ ਉਹ ਖੱਟਾ ਜਿਹਾ ਕਿਸੇ ਕੰਮ ਨਹੀਂ ਆਉਂਦਾ। ਇਸ ਤਰ੍ਹਾਂ ਵੇਖਣ ਨੂੰ ਵੀ ਹੋਰ ਹੀ ਤਰ੍ਹਾਂ ਦਾ ਜਾਪਦਾ। ਇਉਂ ਕਾਮ ਦੇ ਫੁਰਨੇ ਵਾਲਾ ਮਨ ਫਟ ਜਾਂਦਾ ਹੈ, ਉਹਦੇ ਵਿੱਚ ਰਸ ਨਹੀਂ ਰਹਿੰਦਾ, ਮਿਠਾਸ ਨਹੀਂ ਰਹਿੰਦੀ, ਅਤੇ ਜਿਹੜਾ ਸਰੀਰ ਰੋਗੀ ਹੋ ਜਾਣਾ, ਇਹ ਖਟੈਸ ਆ ਜਾਂਦੀ ਹੈ। ਇਸ ਸਰੀਰ ਦੇ ਵਿੱਚ ਇਹ ਕਾਮ ਰੂਪੀ ਚੋਰ ਰਹਿੰਦਾ ਹੈ, ਜਿਸ ਨੇ ਗਿਆਨ ਰੂਪੀ ਰਤਨ ਨੂੰ, ਇਕਾਗਰਤਾ ਨੂੰ, ਭਰੋਸੇ ਨੂੰ, ਸ਼ਰਧਾ ਨੂੰ, ਵਿਸ਼ਵਾਸ ਨੂੰ ਹਿਰਦੇ ਵਿੱਚੋਂ ਚੁਰਾ ਲੈਣਾ ਕੀਤਾ ਹੈ। ਮੈਂ ਅਨਾਥ ਪ੍ਰਭ ਕਹੋ ਕਾਹੇ। ਹੇ ਪ੍ਰਭੂ, ਮੈਂ ਯਤੀਮ ਹਾਂ, ਤੈਥੋਂ ਬਿਨਾਂ ਕਿਸ ਅੱਗੇ ਬੇਨਤੀ ਕਹਿਣੀ ਕਰਾਂ। ਓ ਕੋ ਨਾ ਬੇਗੂਤੋ ਮੈਂ ਕੋ ਆਹੇ। ਇਸ ਕੰਮ ਕਰਕੇ ਕਿਹੜਾ ਕਿਹੜਾ ਖਰਾਬ ਨਹੀਂ ਹੋਇਆ, ਭਾਵ ਸਾਰੇ ਹੀ ਖਰਾਬ ਹੋਏ ਨੇ। ਫਿਰ ਮੈਂ ਵਿਚਾਰਾ ਕੌਣ ਹਾਂ, ਭਾਵ ਮੇਰੇ ਵਿੱਚ ਇਸ ਨੂੰ ਰੋਕਣ ਦਾ ਭਲਾ ਕੀ ਬਲ ਹੈ। ਮਾਦਾ ਇਹ ਮਾਇਆਪਤੀ ਪਰਮਾਤਮਾ, ਦਾਰੁਣ ਦੁੱਖ ਸਹਿਓ ਨਾ ਜਾ। ਇਹ ਕਾਮ ਦਾ ਭਿਆਨਕ ਦੁੱਖ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ। ਮੇਰੋ ਚਾਪਲ ਬੁੱਧ ਸਿਓ ਕਹਾ ਬਸਾਈ। ਮੇਰਾ ਚੰਚਲ ਬੁੱਧੀ ਦੇ ਨਾਲ ਕੀ ਵਸ ਚੱਲ ਸਕਦਾ ਹੈ, ਭਾਵ
ਕੋਈ ਵਸ ਨਹੀਂ ਚੱਲ ਸਕਦਾ। ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਨਕ ਸਨੰਦਨ ਸਿਵ ਸੁਕਾਦ। ਸਨਕ ਸਨੰਦਨ ਸਨਾਤਨ ਸਨਤ ਕੁਮਾਰ। ਇਹ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਬ੍ਰਹਮਾ ਦੇ ਇਹ ਪੁੱਤਰ ਹਨ। ਸੇਵ ਸ਼ਿਵ ਜੀ ਤੇ ਸੁਕਾਦ ਸੁਖਦੇਵ ਮੁਨੀ ਆਦਿਕ ਜਿੰਨੇ ਵੀ ਜਪੀ ਤਪੀ ਮਹਾਤਮਾ ਨੇ। ਨਾਭ ਕਮਲ ਜਾਣੇ ਬ੍ਰਹਮਾਦ। ਕਮਲ ਦੀ ਨਾਭੀ ਦੇ ਵਿੱਚੋਂ ਪੈਦਾ ਹੋਏ ਬ੍ਰਹਮਾ ਆਦਿਕ ਜਿਹੜੇ ਜਾਣੇ ਜਾਂਦੇ ਨੇ। ਕਬ ਜਨ ਜੋਗੀ ਜਟਾ ਧਾਰ। ਕਬ ਕਵੀ ਜਨ ਲੋਕ ਜੋਗੀ ਜੋਗ ਮਤ ਦੇ ਤਾਰਨ ਵਾਲੇ ਅਤੇ ਜਟਾਧਾਰ ਜੜਾਵਾਂ ਧਾਰਨ ਵਾਲੇ ਇਤਿਆਦਿਕ ਸਭ ਆਪਨ ਅਵਸਰ ਚੱਲੇ ਸਾਰ। ਸਾਰੇ ਆਪੋ ਆਪਣੇ ਸਮੇਂ ਨੂੰ ਸੰਭਾਲ ਕੇ ਇੱਥੋਂ ਚਲੇ ਗਏ ਹਨ। ਭਾਵ ਇਸ ਕਾਮ ਤੋਂ ਡਰਦੇ ਡਰਦੇ ਹੀ ਗਏ ਨੇ। ਤੂੰ ਅਥਾਹੁ ਮੋਹਿ ਥਾਹੁ ਨਾਹਿ। हे ਪ੍ਰਭੂ ਤੂੰ ਥਾ ਤੂੰ ਰਹਿਤ ਬੇਅੰਤ ਹੈ। ਮੇਰੇ ਕੋਲੋਂ ਤੇਰਾ ਥਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਅੰਤ ਸਦਾ ਬੇਅੰਤ ਕਹੋ ਨਾਨਕ ਊਚੋ ਊਚਾ। ਪ੍ਰਭ ਦੀਨਾਨਾਥ ਦੁਖ ਕਹਉ ਕਾਹੇ। हे ਗਰੀਬਾਂ ਦੇ ਮਾਲਕ ਪਰਮਾਤਮਾ ਮੈਂ ਤੇਰੇ ਤੋਂ ਬਿਨਾ ਕਿਸ ਪਾਸ ਆਪਣਾ ਦੁੱਖ ਕਹਿਣਾ ਕਰਾਂ। ਮੋਰੋ ਜਨਮ ਮਰਨ ਦੁਖ ਆਥ ਧੀਰ। ਜੋ ਮੇਰਾ ਜਨਮ ਮਰਨ ਦਾ ਦੁੱਖ ਆਥ ਹੈ ਇਸ ਤੋਂ ਮੈਨੂੰ ਧੀਰਜਤਾ ਦੇਣੀ ਕਰ। ਸੁਖ ਸਾਗਰ ਗੁਣ ਰਾਉ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਸੁੱਖਾਂ ਦੇ ਸਮੁੰਦਰ ਰੂਪ ਪਰਮਾਤਮਾ ਮੈਂ ਤੇਰੇ ਗੁਣਾਂ ਨੂੰ ਹਮੇਸ਼ਾ ਹੀ ਉਚਾਰਦਾ ਰਹਾ। ਨਾਇਕ ਏਕ ਬਨਜਾਰੇ ਪਾਚ। ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਸ ਵਕਤ ਉਚਾਰਿਆ। ਭਗਤ ਜੀ ਦੇ ਪਾਸ ਇੱਕ ਦਿਨ ਇੱਕ ਵਪਾਰੀ ਨੇ ਆ ਕੇ ਕਿਹਾ ਕਿ ਕਬੀਰ ਜੀ ਜੇਕਰ ਤੁਸੀਂ ਆਗਿਆ ਕਰੋ ਤਾਂ ਮੈਂ ਤੁਹਾਡੇ ਨਾਂ ਦਾ ਇੱਕ ਬੈਲ ਲੈ ਲੈਂਦਾ ਹਾਂ। ਉਸ ਰਾਹੀਂ ਜੋ ਵੀ ਵਪਾਰ ਕਰਾਂਗਾ ਉਸ ਦਾ ਨਫਾ ਮੈਂ ਤੁਹਾਡੇ ਕੋਲ ਭੇਜ ਦਿਆ ਕਰਾਂਗਾ, ਜਿਸ ਨਾਲ ਤੁਹਾਡਾ ਲੰਗਰ ਚੱਲਦਾ ਰਿਹਾ ਕਰੇਗਾ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਵੈਰਾਗਮਈ ਸ਼ਬਦ ਨਾਲ ਉਚਾਰਨ ਕਰਦੇ ਨੇ, ਹੇ ਭਾਈ ਨਾਇਕ ਇੱਕ ਮਨ ਨਾਇਕ ਬਣਜਾਰੀਆਂ ਦਾ ਮਾਲਕ ਹੈ। ਔਰ ਬਣਜਾਰੇ ਪੰਜ ਗਿਆਨ ਇੰਦਰੇ ਜਾਂ ਪੰਜ ਵਿਸ਼ੇ ਜਾਂ ਪੰਜ ਪ੍ਰਾਨ ਰੂਪ ਬਣਜਾਰੇ ਬਣੇ ਹੋਏ ਹਨ। ਬਰਦ 25 ਸੰਗ ਕਾਚ। 25 ਪ੍ਰਕਿਰਤੀਆਂ ਪੰਜ ਤੱਤਾਂ ਦੇ ਪੰਜ ਹਿੱਸੇ ਰੂਪ ਕਾਫਲੇ ਦੇ ਬਲਦ ਨੇ, ਜਿਨ੍ਹਾਂ ਦਾ ਸਾਥ ਕੱਚਾ ਹੈ, ਭਾਵ ਛੇਤੀ ਹੀ ਨਾਸ਼ ਹੋ ਜਾਣ ਵਾਲੇ ਹਨ। 9 ਬਹੀਆਂ 10 ਗੁਣ ਆਹੇ। 9 ਗੋਲਕਾਂ ਰੂਪ ਲਚਕੀਲੀਆਂ ਡਾਂਗਾਂ ਨੇ, ਜਿਨ੍ਹਾਂ ਨਾਲ ਬੋਝ ਚੁੱਕ ਕੇ ਉਤਾਰਿਆ ਤੇ ਚੜਾਇਆ ਜਾਂਦਾ ਹੈ, ਅਤੇ 10 ਇੰਦਰੇ ਰੂਪ ਗੋਨ ਬੋਰੀਆਂ ਹਨ। ਕਸਨ 72 ਲਾਗੀ ਤਾਹੇ। 72 ਮੋਟੀਆਂ ਨਾੜਾਂ ਬੋਰੀਆਂ ਆਦਿਕ ਨੂੰ ਬੰਨ੍ਹਣ ਲਈ ਰੱਸੀਆਂ ਦੀ ਨਿਆਈ ਹਨ, ਜੋ ਉਹਨਾਂ ਛੱਟਾਂ
ਬੋਰੀਆਂ ਨੂੰ ਸਿਉਣ ਵਾਸਤੇ ਲੱਗੀਆਂ ਹੋਈਆਂ ਹਨ। ਮੋਹੀ ਐਸੀ ਬਨਜ ਸਿਓ ਨਹੀਂਨ ਕਾਜ। ਇਹ ਭਾਈ ਮੈਨੂੰ ਐਸੇ ਸਰੀਰ ਨੂੰ ਧਾਰਨ ਰੂਪੀ ਵਪਾਰ ਨਾਲ ਕੋਈ ਵੀ ਕੰਮ ਨਹੀਂ ਹੈ। ਜਿਹ ਘਟੈ ਮੂਲ ਨਿਤ ਬੜੈ ਵਿਆਜ। ਜਿਸ ਵਿੱਚ ਮੁੱਢ ਰੂਪੋਂ ਘਟਦੇ ਜਾ ਰਹੇ ਨੇ ਅਤੇ ਨਿਤਾ ਪ੍ਰਤੀ ਪਾਪਾਂ ਦਾ ਜਿਹੜਾ ਵਿਆਜ ਸੂਦ ਹੈ ਇਹ ਵੱਧਦਾ ਜਾਂਦਾ ਹੈ, ਜਾਂ ਮੂਲ ਰੂਪ ਦੇ ਵਿੱਚ ਸਵਾਸ ਘਟਦੇ ਜਾਂਦੇ ਨੇ ਅਤੇ ਦੁੱਖ ਰੂਪ ਵਿਆਜ ਵੱਧਦਾ ਹੀ ਤੁਰਿਆ ਜਾਂਦਾ ਹੈ, ਜਾਂ ਮੂਲ ਰੂਪ ਪਰਮਾਤਮਾ ਦਾ ਵਿਚਾਰ ਘਟਦਾ ਜਾਂਦਾ ਹੈ ਅਤੇ ਪਰਮਾਰਥ ਤੋਂ ਹੀਣਾ ਹੋ ਕੇ ਅਵਰਨ ਦਾ ਪਰਦਾ ਰੂਪ ਵਿਆਜ ਵੱਧਦਾ ਜਾਂਦਾ ਹੈ, ਜਾਂ ਪ੍ਰਾਲਬਧ ਰੂਪ ਮੂਲ ਘਟਦਾ ਜਾਂਦਾ ਹੈ ਅਤੇ ਅੰਤ ਦਾ ਸਮਾਂ ਨੇੜੇ ਆਉਣ ਰੂਪ ਵਿਆਜ ਵੱਧਦਾ ਜਾਂਦਾ ਹੈ। ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਾਤ ਸੂਤ ਮਿਲ ਬਨ ਜਕੀਨ। ਸੱਤ ਧਾਤਾਂ ਰੂਪ ਸੂਤ ਨੇ ਮਿਲ ਕੇ ਜੋ ਸਰੀਰ ਬਣਾਇਆ ਹੈ, ਇਸ ਨੇ ਵਿਸ਼ੇ ਵਕਾਰਾਂ ਦਾ ਵਣਜ ਵਿਹਾਰਾਂ ਰੂਪ ਵਪਾਰ ਕੀਤਾ ਹੈ। ਸੱਤ ਸੂਤ ਕਿਹੜੇ ਨੇ ਸਰੀਰ ਦੇ? ਰਕਤ ਲਹੂ ਤੇ ਬੀਰਜ ਬਿੰਦ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਰਕਤ ਬੀਜ ਕਾ ਇਹੋ ਤਨੋ ਅਗਨੀ ਪਾਸ ਪੁਰਾਣ। ਜੋ ਅਸੀਂ ਪ੍ਰਸ਼ਾਦ ਪਾਣੀ ਛਕਦੇ ਹਾਂ ਇਹਦੇ ਤੋਂ ਹੀ ਰਕਤ ਅਤੇ ਬੀਰਜ ਮਿੱਝ ਆਦਿਕ ਇਹ 8 ਧਾਤਾਂ ਜੋ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ। ਮਿੱਧਾ ਮਾਸ ਚਮੜੀ ਹੱਡ 8ਵੀਂ ਓਜ ਨੂੰ ਇੱਥੇ ਛੱਡ ਦੇਣਾ। ਇਉਂ ਸਾਧ ਸੰਗਤ ਜੀਓ ਇਹ ਸਭ ਕੁਝ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਬਣੀ ਤੁਰੀ ਜਾ ਰਹੀ ਹੈ। ਇਉਂ ਕਬੀਰ ਜੀ ਕਹਿੰਦੇ ਨੇ ਇਹਨਾਂ ਨਾਲ ਮਿਲ ਕੇ ਜੋ ਸਰੀਰ ਬਣਿਆ ਇਹ ਸਮਝ ਲਓ ਵਪਾਰ ਕੀਤਾ ਹੈ। ਧਰਮ ਭਾਵਨੀ ਸੰਗ ਲੀਨ। ਕੀਤੇ ਕਰਮਾਂ ਦੀ ਸ਼ਰਧਾ ਆਪਣੇ ਨਾਲ ਲੈਣਾ ਕੀਤੀ ਹੈ। ਤੀਨ ਜਗਾਤੀ ਕਰ ਤਰਾਰ। 3 ਉੱਤਮ ਮੱਧਮ ਤੇ ਕਨਿਸ਼ਟ ਕਰਮਾਂ ਰੂਪ ਜਾਂ 3 ਗੁਣਾ ਰੂਪ ਜਾਗਾਤੀ ਮਸੂਲੀਏ ਰਾਰ ਝਗੜਾ ਕਰਦੇ ਨੇ। ਚਾਲੂ ਬਨਜਾਰਾ ਹਾਥ ਝਾਰ। ਜੀਵ ਰੂਪ ਵਣਜਾਰਾ ਸਰੀਰ ਦੇ ਅੰਤ ਹੋਣ ਵੇਲੇ ਚੱਲੇ ਜੁਆਰੀ ਦੋਏ ਹੱਥ ਝਾਰ। ਦੋਵੇਂ ਹੱਥ ਝਾੜ ਕੇ ਭਾਵ ਖਾਲੀ ਹੀ ਪਰਲੋਕ ਨੂੰ ਚਲਿਆ ਜਾਂਦਾ ਹੈ। ਪੂੰਜੀ ਹੈਰਾਨੀ ਬਨ ਜਟੂਟ। ਜਦੋਂ ਸਵਾਸਾਂ ਰੂਪੀ ਪੂੰਜੀ ਰਾਸ਼ੀ ਹੈਰਾਨੀ ਖੁੱਸ ਜਾਂਦੀ ਹੈ ਟੁੱਟ ਜਾਂਦੀ ਹੈ, ਤਦੋਂ ਸਰੀਰ ਦਾ ਵਿਹਾਰੂ ਵਣਜ ਵੀ ਟੁੱਟ ਜਾਂਦਾ ਹੈ। ਭਾਵ ਸਰੀਰ ਦੀ ਕਿਰਿਆ ਖਤਮ ਹੋ ਜਾਂਦੀ ਹੈ। ਦਹਿ ਦਿਸ ਟਾਂਡੋ ਗਇਓ ਫੂਟ। ਜਦੋਂ ਇਹ ਬੈਲਾਂ ਦਾ ਟਾਂਡੋ ਕਾਫਲਾ 10 ਦਿਸ਼ਾਵਾਂ ਨੂੰ ਫੁੱਟ ਕੇ ਚਲਾ ਗਿਆ ਹੈ, ਭਾਵ ਅਸਤੂਲ ਤੱਤ ਤੱਤਾਂ 'ਚ ਮਿਲ ਜਾਂਦੇ ਨੇ, ਜਾਂ ਜਿਸ ਪਾਸੇ ਵਾਸ਼ਨਾ ਹੁੰਦੀ ਹੈ ਉਸ ਪਾਸੇ ਨੂੰ ਸੂਖਮ ਸਰੀਰ ਚਲਿਆ ਜਾਂਦਾ ਹੈ, ਤਾਂ ਕਬੀਰ ਜੀ ਕਹਿੰਦੇ ਨੇ ਕਹੈ ਕਬੀਰ ਮਨ ਸਰਸੀ ਕਾਜ। ਕਬੀਰ ਸਾਹਿਬ ਜੀ ਭਗਤ ਕਥਨ ਕਰਦੇ ਨੇ ਕਿ ਮਨ ਦੇ ਕੰਮ ਤਾਂ ਅਧਿਕਤਾ ਨੂੰ ਪ੍ਰਾਪਤ ਹੋਣ ਵਾਲੇ ਹਨ। ਸਹਿਜ ਸਮਾਨੋ ਤਾ ਭਰਮ ਭਾਜ। ਜੇਕਰ ਇਹ ਮਨ ਸਹਿਜ ਸਰੂਪ ਦੇ ਵਿੱਚ ਸਮਾ ਜਾਵੇ ਤਾਂ ਇਸ ਦੇ ਅੰਦਰੋਂ ਭਰਮ ਭੱਜ ਸਕਦਾ ਹੈ। ਨਾਇਕ ਏਕ ਬਨ ਜਾਰੇ ਪਾਚ। ਇਸੇ ਪ੍ਰਕਾਰ
ਇਸੇ ਹੀ ਪਾਵਨ ਸ਼ਬਦ ਦਾ ਦੂਸਰਾ ਅਰਥ ਸਰਵਣ ਕਰੋ। ਇੱਕ ਪ੍ਰੇਰਕ ਬ੍ਰਹਮ ਚੇਤਨ ਨਾਇਕ ਮਾਲਕ ਹੈ ਤੇ ਪੰਜ ਤੱਤ ਇਹ ਪੰਜ ਵਣਜਾਰੇ ਨੇ ਤੇ ਅੱਗੇ ਦੱਸਦੇ ਨੇ ਬਰਦ ਪਚੀਸਕ ਸੰਗ ਕਾਚ 25 ਪ੍ਰਕਿਰਤੀਆਂ ਵਾਲੇ ਸਰੀਰ ਬਲਦ ਦੀ ਤਰ੍ਹਾਂ ਹਨ, ਜਿਨ੍ਹਾਂ ਦਾ ਸਾਥ ਕੱਚਾ ਹੀ ਹੈ। ਨਾਉ ਬਹੀਆਂ 10 ਗੋਨ ਆਹੇ। ਸਾਖ ਮਤ ਦੇ ਅਨੁਸਾਰ ਇੱਕ ਪੁਰਖ, ਇੱਕ ਪ੍ਰਕਿਰਤੀ, ਇੱਕ ਤ੍ਰਿਧਾ ਹੰਕਾਰ, ਇੱਕ ਮਹੀ ਤਤ ਅਤੇ 5 ਤਨ ਮਾਤਰਾ ਰੂਪ 9 ਬਾਹੀਆਂ ਨੇ ਅਤੇ 10 ਦਿਸ਼ਾਵਾਂ ਰੂਪ 10 ਬੋਰੀਆਂ ਹਨ, ਜਿਨ੍ਹਾਂ ਕਰਕੇ ਸਮਸ਼ਟੀ ਰੂਪ ਦੇ ਵਿੱਚ ਸ੍ਰਿਸ਼ਟੀ ਬਣ ਰਹੀ ਹੈ, ਦਿਸ ਰਹੀ ਹੈ। ਕਸਨ 72 ਲਾਗੀ ਤਾਹੇ। 72 ਚੌਂਕੜੀਆਂ ਇੰਦਰ ਪਦਵੀ ਰੂਪ ਤੇ ਇਸ ਜਗਤ ਨੂੰ ਰੱਸੀਆਂ ਲੱਗੀਆਂ ਹੋਈਆਂ ਨੇ। ਮੋਹਿ ਐਸੇ ਬਨ ਜਸਿਓ ਨਹੀਂ ਨ ਕਾਜ। ਇਹ ਭਾਈ ਚਾਹੇ ਸਮਸ਼ਟੀ ਉਪਾਧੀ ਕਰਕੇ, ਚਾਹੇ ਵਿਅਸ਼ਟੀ ਉਪਾਧੀ ਕਰਕੇ ਗੁਣ ਜਾਂ ਸ੍ਰਿਸ਼ਟੀ ਬਣੀ ਹੈ, ਐਸੇ ਜਗਤ ਦੇ ਵਣਜ ਨਾਲ ਮੇਰਾ ਕੋਈ ਵੀ ਕੰਮ ਨਹੀਂ ਹੈ। ਘਟੈ ਮੂਲ ਨਿਤ ਬੜੈ ਬਿਆਜ। ਜਿਸ ਵਿੱਚ ਸਵਾਸਾਂ ਰੂਪੀ ਮੂਲ ਘਟਦਾ ਜਾ ਰਿਹਾ ਹੈ ਅਤੇ ਦੁੱਖਾਂ ਰੂਪੀ ਵਿਆਜ ਨਿਤ ਪ੍ਰਤੀ ਵੱਧਦਾ ਜਾ ਰਿਹਾ ਹੈ, ਜਾਂ ਮੂਲ ਰੂਪ ਪਰਮਾਤਮਾ ਦੇ ਸਿਮਰਨ ਵੱਲੋਂ ਚਿੱਤ ਘਟਦਾ ਜਾ ਰਿਹਾ ਹੈ ਅਤੇ ਨਰਕ ਆਦਿਕ ਵਿੱਚ ਪੈਣ ਰੂਪ ਵਿਆਜ ਵੱਧਦਾ ਜਾ ਰਿਹਾ ਹੈ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਾਤ ਸੂਤ ਮਿਲ ਬਨ ਜਕੀਨ। ਜਿਨ੍ਹਾਂ ਨੇ 5 ਗਿਆਨ ਇੰਦਰੀ ਮਨ ਤੇ ਬੁੱਧ ਇਹਨਾਂ ਸੱਤਾਂ ਨੂੰ ਸੋਚ ਕੇ ਭਾਵ ਠੀਕ ਕਰ ਲਿਆ ਹੈ, ਉਹਨਾਂ ਦੀ ਸਤ ਸੰਗਤ ਨਾਲ ਮਿਲ ਕੇ ਪਰਮਾਤਮਾ ਦੇ ਭਜਨ ਸਿਮਰਨ ਦਾ ਵਪਾਰ ਉਹਨਾਂ ਨੇ ਕੀਤਾ ਹੈ। ਇਹ ਕਬੀਰ ਸਾਹਿਬ ਜੀ ਦਾ ਹੀ ਕੇਦਾਰਾਂ ਦੀ ਭਗਤ ਬਾਣੀ ਵਿੱਚ ਬਚਨ ਹੈ ਕਿ ਨਹੀਂ ਬਣਜਿਆ ਕਾਂਸੀ ਤੰਬ, ਕਿ ਨਹੀਂ ਲੌਂਗ ਸੁਪਾਰੀ, ਸੰਤੋ बनजिया नाम गोविंद का ऐसी खेप हमारी, हर के नाम के व्यापारी। हीरा हाथ चढ़िया निर्मोलक, छूट गई संसारी। संगत ਦੇ ਵਿੱਚ ਜਿਹੜੇ ਸਵਾਸ ਲਗਾਉਣੇ ਨੇ, ਇਹ ਪੂੰਜੀ ਇਨਵੈਸਟ ਕਰਨੀ ਹੈ, ਮਾਇਆ ਇਨਵੈਸਟ ਕਰਨੀ ਹੈ। ਫਿਰ ਜਿਹੜਾ ਸਫਲਤਾ ਮਿਲਣੀ ਹੈ, ਇਹ ਸਮਝ ਲਓ ਲਾਭ ਮਿਲਣਾ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਈ ਜੀਓ। ਇਹ ਸੰਗਤ ਦੇ ਵਿੱਚ ਲਾਭ ਪ੍ਰਾਪਤ ਕੀਤਾ ਹੈ। ਧਰਮ ਭਾਵਨੀ ਸੰਗ ਲੀਨ, ਜਿਨ੍ਹਾਂ ਦੇ ਸਕਾਮ ਕਰਮਾਂ ਦੀ ਭਾਵਨਾ ਜਿਨ੍ਹਾਂ ਦੇ ਨਾਲ ਲੈਣਾ ਕੀਤੀ ਹੈ, ਉਹਨਾਂ ਨੇ ਬ੍ਰਹਮ ਲੋਕ ਅਤੇ ਸਵਰਗ ਲੋਕ ਦੀ ਪ੍ਰਾਪਤੀ ਕਰ ਲੈਣਾ ਕੀਤੀ ਹੈ। ਤੀਨ ਜਗਾਤੀ ਕਰ ਤਰਾਰ, ਸਕਾਮੀ ਮਨੁੱਖ ਨਾਲ 3 ਰਾਜਸੀ, ਤਾਮਸੀ, ਸਾਂਦਗੀ ਸੁਭਾਅ ਝਗੜਾ ਕਰਦੇ ਨੇ। ਚਲੂ ਬਨਜਾਰਾ ਹੱਥ ਝਾਰ, ਜਦੋਂ ਪੁੰਨ ਨਾਸ਼ ਹੋ ਜਾਂਦੇ ਤਦੋਂ ਸਕਾਮੀ ਜੀਵ ਰੂਪ ਵਣਜਾਰਾ ਆਪਣੇ ਹੱਥ ਝਾੜ ਕੇ ਚਲਿਆ ਜਾਂਦਾ ਹੈ।
ਭਾਵ ਬ੍ਰਹਮ ਲੋਕ ਸਵਰਗ ਲੋਕ ਦੇ ਵਿੱਚੋਂ ਡਿੱਗ ਪੈਂਦਾ ਹੈ। ਜੀ ਹੈਰਾਨੀ ਬਨ ਜਟੂਟ ਉਸ ਦੀ ਪੁੰਨ ਰੂਪ ਪੂੰਜੀ ਖਤਮ ਹੋ ਜਾਂਦੀ ਹੈ ਅਤੇ ਸਵਰਗ ਦਾ ਸੁਖਾਦਿਕ ਰੂਪ ਵਪਾਰ ਇਹ ਟੁੱਟ ਜਾਂਦਾ ਹੈ। ਦਹਿ ਦਿਸ ਟਾਂਡੋ ਗਇਓ ਫੂਟ ਫਿਰ ਸੂਖਮ ਅਸਤੂਲ ਦੇ ਕਾਰਨ ਦੇਹਾਂ ਰੂਪ ਬੈਲਾਂ ਦਾ ਸਮੁਦਾਇ ਦਸਾਂ ਦਿਸ਼ਾਵਾਂ ਦੇ ਵਿੱਚ ਟੁੱਟ ਗਿਆ, ਟੁੱਟ ਜਾਂਦਾ ਹੈ। ਕਹੈ ਕਬੀਰ ਮਨ ਸਰਸੀ ਕਾਜ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਮਨ ਦੇ ਸਾਰੇ ਕੰਮ ਤਦੋਂ ਹੀ ਸੌਰਣਗੇ। ਸਹਿਜ ਸਮਾਨੋ ਨਾ ਭਰਮ ਭਾਜ ਸਹਿਜ ਸਮਾਨੋ ਤਾ ਭਰਮ ਭਾਜ ਅਤੇ ਤਦੋਂ ਹੀ ਭਰਮ ਭੱਜੇਗਾ ਜਦੋਂ ਇਹ ਮਨ ਸਹਿਜ ਸਰੂਪ ਦੇ ਵਿੱਚ ਸਮਾ ਜਾਵੇਗਾ। ਇਸੇ ਪ੍ਰਕਾਰ ਇਸੇ ਹੀ ਪਾਵਨ ਸ਼ਬਦ ਤੀਸਰੇ ਅਰਥ ਸਰਵਣ ਕਰੋ। ਨਾਇਕ ਏਕ ਬਨਜਾਰੇ ਪਾਚ ਇੱਕ ਜੋ ਚੇਤਨ ਉਹੀ ਨਾਇਕ ਮਾਲਕ ਹੈ ਅਤੇ ਜੋ ਪੰਜ ਤੱਤਾਂ ਦੀ ਧਾਰਨਾ ਰੂਪ ਇਹ ਪੰਜ ਵਣਜਾਰੇ ਨੇ। ਬਰਦ ਪਚੀਸਕ ਸੰਗ ਕਾਚ ਅਤੇ 25 ਪ੍ਰਕਿਰਤੀਆਂ ਦਾ ਸਰੀਰ ਰੂਪੀ ਬਲਦ ਜਿਸ ਦੀ ਸੰਗਤ ਕੱਚੀ ਇਹ ਮਿਥਿਆ ਹੈ। ਨੌ ਬਹੀਆਂ 10 ਗੁਣ ਆਹੇ ਇਹ ਭਾਈ ਜੋ 9 ਖੰਡਾਂ ਦੀ ਵਾਸ਼ਨਾ ਰੂਪ ਬਹੀਆਂ ਅਤੇ ਦਸੇ ਦਿਸ਼ਾਵਾਂ ਦੇ ਪਦਾਰਥਾਂ ਰੂਪ ਗੌਣ ਬੋਰੀਆਂ ਹਨ, ਇਹਨਾਂ ਦੀ ਵਾਸ਼ਨਾ ਨੂੰ ਤਿਆਗ ਨਾ ਕਰੇ। ਕਸਨ 72 ਲਾਗੀ ਤਾਹੇ 72 ਕਰੋੜ 72 ਲੱਖ ਤੇ 10,201 ਨਾੜੀਆਂ ਰੂਪ ਕਸਨ ਰਸੀਆਂ ਤੇ ਸਰੀਰ ਨੂੰ ਲੱਗੀਆਂ ਹੋਈਆਂ ਹਨ। ਮੋਹੇ ਐਸੇ ਬਨਜ ਸਿਓ ਨਹੀਂ ਨ ਕਾਜ ਇਸ ਸਰੀਰ ਦੇ ਮੋਹ ਰੂਪੀ ਵਣਜ ਨਾਲ ਮੇਰਾ ਕੋਈ ਵੀ ਕੰਮ ਕਾਜ ਨਹੀਂ ਹੈ। ਜੇ ਘਟੈ ਮੂਲ ਨਿਤ ਬੜੈ ਬਿਆਜ ਜਿਸ ਵਿੱਚ ਪਰਚਨ ਨਾਲ ਮੂਲ ਰੂਪ ਬ੍ਰਹਮ ਦਾ ਪ੍ਰੇਮ ਘਟ ਜਾਂਦਾ ਅਤੇ ਨਿਤਾ ਪ੍ਰਤੀ ਸੰਸਾਰ ਦੇ ਅੰਦਰ ਰਾਜਦੰਡ ਪਿਤਰਦੰਡ ਦੇਵਦੰਡ ਆਦਿਕ ਦਾ ਵਿਆਜ ਵਧਦਾ ਜਾਂਦਾ ਹੈ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਾਤ ਸੂਤ ਮਿਲ ਬਨ ਜਕੀਨ ਜਿਨ੍ਹਾਂ ਨੇ 7 ਸਾਧਨ ਸ਼੍ਰਵਣ ਮੰਨਣ ਨਿਧਿਆਸਨ ਬੈਰਾਗ ਵਿਵੇਕ ਕਾਢ ਸੰਬੰਧੀ ਮੋਹ ਖਿੱਚਾ ਧਾਰਨ ਕਰਕੇ ਅਤੇ ਸਤ ਸੰਗਤ ਵਿੱਚ ਮਿਲ ਕੇ ਬ੍ਰਹਮ ਗਿਆਨ ਦਾ ਵਪਾਰ ਕੀਤਾ ਹੈ। ਕਰਮ ਭਾਵਨੀ ਸੰਗ ਲੀਨ ਅਤੇ ਨਿਸ਼ਕਾਮ ਕਰਮਾਂ ਦੀ ਭਾਵਨਾ ਕਰਕੇ ਪਰਮਾਤਮਾ ਦੇ ਨਾਲ ਬਿਰਤੀ ਲੀਨ ਕੀਤੀ ਹੈ। ਦੀਨ ਜਗਾਤੀ ਕਰਤਰਾਰ ਜੋ ਉਹਨਾਂ ਦੇ 3 ਉੱਤਮ ਮੱਧਮ ਕਨਿਸ਼ਟ ਸੁਭਾਅ ਰੂਪੀ ਕੀ ਝਗੜਾ ਕਰਦੇ ਨੇ ਭਾਵ ਨਹੀਂ ਕਰਦੇ, ਉਹਨਾਂ ਨੇ ਇਹਨਾਂ ਸੁਭਾਵਾਂ ਨੂੰ ਮਿਥਿਆ ਜਾਣਿਆ ਹੈ। ਚਲੋ ਬਨਜਾਰਾ ਹਾਥ ਝਾਰ ਅਤੇ ਸੰਕਲਪ ਵਿਕਲਪ ਰੂਪੀ ਹੱਥਾਂ ਨੂੰ ਝਾੜ ਕੇ ਉਹਨਾਂ ਦਾ ਜੀਵ ਰੂਪ ਵਣਜਾਰਾ ਤੁਰਿਆ ਪਦ ਦੇ ਵਿੱਚ ਚਲਿਆ ਜਾਂਦਾ ਭਾਵ ਅਸਥਿਤ ਹੋ ਜਾਂਦਾ ਹੈ। ਪੂੰਜੀ ਹੈਰਾਨੀ ਬਨ ਜਟੂਟ ਉਹਨਾਂ ਦੀ ਪਾਪ ਪੁੰਨ ਰੂਪ ਪੂੰਜੀ ਵੀ ਮੁੱਕ ਗਈ ਹੈ ਅਤੇ ਜੰਮਣ ਮਰਨ ਦਾ ਵਣਜ ਵੀ ਟੁੱਟ ਗਿਆ ਹੈ। ਦਹਿ
ਦਿਸ ਟਾਂਡੋ ਗਇਓ ਫੂਟ। ਦਸਾਂ ਦਿਸ਼ਾਵਾਂ ਦੇ ਪਦਾਰਥਾਂ ਦੀ ਵਾਸ਼ਨਾ ਰੂਪ ਬੈਲਾਂ ਦਾ ਸਮੁਦਾਇ ਵੀ ਨਾਸ਼ ਹੋ ਗਿਆ ਹੈ। ਕਹਿ ਕਬੀਰ ਮਨ ਸਰਸੀ ਕਾਜ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਪਰਮਾਰਥ ਦੇ ਸਾਰੇ ਕੰਮ ਸਹਿਤ ਰਸ ਅਧਿਕਤਾ ਦੇ ਸੰਪੂਰਨ ਹੋਏ ਹਨ। ਸਹਿਜ ਸਮਾਨੋ ਤਾ ਭਰਮ ਭਾਜ। ਇਹ ਭਾਈ ਜਦੋਂ ਤੁਸੀਂ ਵੀ ਸਹਿਜ ਸਰੂਪ ਵਿੱਚ ਸਮਾ ਜਾਵੋਗੇ ਤਾਂ ਤੁਹਾਡਾ ਵੀ ਭਰਮ ਭੱਜ ਜਾਵੇਗਾ। ਬਸੰਤ ਹਿੰਡੋਲ। ਹਿੰਡੋਲ ਨਾਮ ਹੈ ਝੂਲੇ ਦਾ। ਇਹ ਜਿਹੜਾ ਰਾਗ ਹੈ ਝੂਲੇ ਵਾਂਗ ਮਨ ਨੂੰ ਆਨੰਦ ਦੇਣ ਵਾਲਾ ਹੈ। ਬਸੰਤ ਨਾਮ ਵੀ ਆਨੰਦ ਦਾ ਹੈ। ਬਸੰਤ ਅਤੇ ਹਿੰਡੋਲ, ਝੂਲੇ ਵਿੱਚ ਬੈਠਾ ਬੰਦਾ ਝੂਟੇ ਲੈਂਦਾ ਬੜਾ ਆਨੰਦ ਪ੍ਰਾਪਤ ਕਰਦਾ। ਇਉਂ ਗੁਰੂ ਸਾਹਿਬਾਂ ਨੇ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ ਇਹ ਰਾਗਾਂ ਦੇ ਵਿੱਚ ਉਚਾਰੀ ਹੈ ਸਾਡੇ ਮਨ ਦੀ ਸਥਿਤੀ ਵਾਸਤੇ, ਕਿ ਮਨ ਸਾਡਾ ਕਿਵੇਂ ਨਾ ਕਿਵੇਂ ਟਿਕ ਸਕੇ। ਛੋਟਾ ਬੱਚਾ ਜਦ ਰੋਂਦਾ ਹੈ ਉਹਨੂੰ ਝੂਲੇ 'ਚ ਪਾ ਕੇ ਝੂਟਾ ਦੇਈਦਾ ਹੈ। ਇਹ ਮਨ ਇੱਕ ਬੱਚੇ ਦੀ ਤਰ੍ਹਾਂ ਹੈ। ਇਹਨੂੰ ਬਚਾਉਣ ਲਈ, ਆਨੰਦ ਦੇਣ ਲਈ ਸਤਿਗੁਰੂ ਜੀ ਨੇ ਰਾਗਾਂ ਦੀ ਵਰਤੋਂ ਕੀਤੀ ਹੈ। ਮੁੰਡੇ ਸਾਡੇ ਵੇਖੋ ਕਮਲੇ ਹੋਏ ਫਿਰਦੇ ਨੇ, ਫੜ ਲਓ ਮਾਰ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਿਸਤੌਲ ਅਤੇ ਗੰਨਾ। ਗਾਣੇ 'ਚ ਕੱਖ ਵੀ ਨਹੀਂ ਹੁੰਦਾ, ਨਾ ਉਹਦੀ ਸਮਝ ਆਉਂਦੀ ਹੈ। ਡੰਮ ਡੰਮ ਠਾ ਠਾ, ਬਸ ਇਹੀ ਕੁਛ ਹੈ। ਕਹਿਣ ਦਾ ਮਤਲਬ ਵੀ ਸੰਗੀਤ ਚੱਲਦਾ ਬੜਾ ਸੋਹਣਾ ਪਿੱਛੇ। ਉਹ ਜਿਹੜਾ ਸੌਂਗ ਹੈ, ਸੰਗੀਤ ਹੈ, ਸਾਜ਼ ਵੱਜਦੇ ਨੇ, ਉਹਦੇ ਨਾਲ ਬੋਲ ਭਾਵੇਂ ਟੁੱਟੇ ਫੁੱਟੇ ਹੀ ਹੋਣ ਪਰ ਸੰਗੀਤ ਨਾਲ ਮਨ ਝੂਲਦਾ ਹੈ। ਇਉਂ ਸਤਿਗੁਰਾਂ ਦੀ ਬਾਣੀ ਬੜੀ ਉੱਚੀ ਅਤੇ ਸੁੱਚੀ ਹੈ। ਬਾਣੀ ਦਾ ਉਂਝ ਵੀ ਪੜ੍ਹੀ ਜਾਓ ਤਾਂ ਵੀ ਜਿਹੜਾ ਮਨ ਹੈ ਆਨੰਦ ਦੇ ਸਹਿਤ ਹੁੰਦਾ। ਪਾਠੀ ਸਿੰਘ ਸੁਰ ਅਤੇ ਲੈਅ 'ਚ ਪੜ੍ਹਦਾ ਹੋਵੇ, ਕਵਿਤਾ ਰੂਪ ਹੈ। ਅਤੇ ਜੇ ਰਾਗੀ ਇਹਨੂੰ ਸਹੀ ਰਾਗ ਦੇ ਵਿੱਚ ਗਾਉਣ ਫਿਰ ਤਾਂ ਆਨੰਦ ਦੀ ਕੋਈ ਹੱਦ ਹੀ ਨਹੀਂ। ਇਉਂ ਮਹਾਰਾਜ ਨੇ ਗੁਰਬਾਣੀ ਦੇ ਆਨੰਦ ਦੇ ਵਿੱਚ ਵਾਧਾ ਕਰਨ ਵਾਸਤੇ ਜਾਂ ਇਹਨਾਂ ਰਾਗਾਂ ਨੂੰ ਸਤਿਕਾਰ ਦੇਣ ਵਾਸਤੇ ਸਾਡੇ ਮਨ ਦੇ ਟਿਕਾਊ ਲਈ ਰਾਗਾਂ ਦੇ ਨਾਲ ਮਿਲਾ ਕੇ ਬਾਣੀ ਉਚਾਰੀ ਹੈ। ਬਸੰਤ ਅਤੇ ਹਿੰਡੋਲ ਦੋਵੇਂ ਰਾਗਾਂ ਨੂੰ ਮਿਲਾ ਕੇ ਸਤਿਗੁਰੂ ਮਹਾਰਾਜ ਇਹ ਕਬੀਰ ਸਾਹਿਬ ਜੀ ਦੀ ਬਾਣੀ ਲਿਖਾ ਰਹੇ ਹਨ। ਘਰ ਦੂਜਾ। ਦੂਜੇ ਘਰ ਸੁਰ ਤਾਲ ਦੇ ਵਿੱਚ ਉਚਾਰ ਰਹੇ ਨੇ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਕ ਵਾਰ ਕਾਸ਼ੀ ਅੰਦਰ ਇੱਕ ਦਿਗਵਿਜੈ ਪੰਡਤ ਆਇਆ। ਉਹਨੇ ਸਾਰੀ ਕਾਸ਼ੀ ਅੰਦਰ ਢੰਡੋਰਾ ਪਟਵਾ ਦਿੱਤਾ ਕਿ ਕੋਈ ਵੀ ਮੇਰੇ ਨਾਲ ਆ ਕੇ ਚਰਚਾ ਕਰੇ। ਜੇਕਰ ਉਹ ਚਰਚਾ ਵਿੱਚ ਜਿੱਤ ਗਿਆ ਤਾਂ ਮੈਂ ਆਪਣੇ ਆਪ ਨੂੰ ਸਾਰੀ ਦੁਨੀਆ 'ਚ ਹਾਰਿਆ ਹੋਇਆ ਸਮਝਾਂਗਾ, ਅਤੇ ਜੇਕਰ ਮੈਂ ਜਿੱਤ ਗਿਆ ਤਾਂ ਸਾਰੀ ਕਾਸ਼ੀ ਦੀ ਹਾਰ ਮੰਨੀ ਜਾਵੇਗੀ। ਇਹ ਸੁਣ ਕੇ ਪੰਡਤਾਂ ਨੇ ਕਿਹਾ ਕਿ ਆਪਾਂ ਇਹਨੂੰ ਕਬੀਰ ਜੀ ਦੇ ਪਾਸ ਲੈ ਚੱਲਦੇ ਹਾਂ। ਜੇਕਰ ਇਹਨੇ ਕਬੀਰ ਨੂੰ ਹਰਾ ਦਿੱਤਾ ਤਾਂ ਅਸੀਂ ਕਹਾਂਗੇ ਕਿ ਤੂੰ ਇੱਕ ਜਲਾਏ ਨੂੰ ਹੀ ਹਰਾਇਆ, ਅਤੇ ਜੇ ਕਬੀਰ ਜਿੱਤ ਗਿਆ ਤਾਂ ਸਾਰੀ ਕਾਸ਼ੀ ਦੀ ਜਿੱਤ ਹੋਵੇਗੀ। ਇਉਂ ਈਰਖਾਲੂ ਪੰਡਤ ਉਸ ਦਿਗਵਿਜੈ ਪੰਡਤ ਨੂੰ ਕਬੀਰ ਜੀ ਦੇ ਪਾਸ ਲੈ ਗਏ। ਜਿਸ ਸਮੇਂ ਕਬੀਰ ਜੀ ਦੇ ਪਾਸ ਪਹੁੰਚੇ ਉਸ ਸਮੇਂ ਕਬੀਰ ਜੀ ਖੱਡੀ 'ਤੇ ਤਾਣੀ ਤਾਣ ਰਹੇ ਸਨ। ਇੰਨੇ ਨੂੰ ਕਬੀਰ ਜੀ ਦੇ ਸਪੁੱਤਰ ਕਮਾਲੀ ਨੇ ਕਿਹਾ ਕਿ ਪਿਤਾ ਜੀ ਪ੍ਰਸ਼ਾਦਾ ਤਿਆਰ ਹੈ, ਛਕ ਲਵੋ। ਤਦੋਂ ਭਗਤ ਕਬੀਰ ਜੀ ਨੇ ਕਿਹਾ ਕਿ ਪੁੱਤਰ ਅੱਜ ਪ੍ਰਸ਼ਾਦਾ ਇੱਥੇ ਹੀ ਲੈ ਆਵੋ। ਸੋ ਭਗਤ ਕਬੀਰ ਜੀ ਉੱਥੇ ਖੱਡੀ ਦੇ ਪਾਸ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਪਏ। ਜੱਟ ਆਪਦੀ ਜ਼ਮੀਨ ਦੇ ਵਿੱਚ ਹਲ ਵਾਹੁੰਦਾ ਹੋਵੇ ਅਤੇ ਮਿੱਸੇ ਪ੍ਰਸ਼ਾਦੇ ਨਾਲ ਲੱਸੀ ਅਤੇ ਗੰਢਾ ਹੋਵੇ, ਕਿੰਨਾ ਆਨੰਦ ਹੈ। ਲੁਹਾਰ ਲੋਹਾ ਕੁੱਟਦਾ ਹੋਵੇ ਅਤੇ ਉੱਥੇ ਹੀ ਬੈਠ ਕੇ ਰੋਟੀ ਖਾਵੇ, ਕਿੰਨਾ ਆਨੰਦ ਹੈ।
ਆ ਜਿਹੜਾ ਮਿਸਤਰੀ ਮਜ਼ਦੂਰ ਨੇ ਕੰਮ ਕਰਕੇ ਤੇ ਕੰਮ ਵਾਲੀ ਜਗ੍ਹਾ 'ਤੇ ਰੋਟੀ ਖਾਣ ਦਾ ਆਨੰਦ ਕੁਝ ਵੱਖਰਾ ਹੀ ਹੁੰਦਾ। ਆ ਜਿਹੜੇ ਡਰਾਈਵਰ ਲੋਕ ਨੇ ਸਟੀਅਰਿੰਗ 'ਤੇ ਬੈਠੇ ਹੀ ਸੋ ਥੋੜ੍ਹਾ ਬਹੁਤਾ ਆਪਦੇ ਪੇਟ ਨੂੰ ਝੌਂਕਾ ਦਿੰਦੇ, ਕਿਹੜਾ ਉੱਠੇ, ਕਿਹੜਾ ਚੰਗੀ ਤਰ੍ਹਾਂ ਹੱਥ ਧੋਵੇ, ਕਿਹੜਾ ਚੌਂਕੜਾ ਮਾਰੇ, ਕਿਹੜਾ ਕੱਪੜਾ ਵਿਛਾਵੇ। ਕੰਮ ਕਰਦਿਆਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਛਕਣ ਦਾ ਕੁਝ ਵੱਖਰਾ ਹੀ ਆਨੰਦ ਹੈ। ਤੋ ਕਬੀਰ ਜੀ ਨੇ ਐਸਾ ਕੌਤਕ ਕੀਤਾ ਪੰਡਤ ਦੇ ਸਾਹਮਣੇ। ਜਦੋਂ ਖੱਡੀ ਦੇ ਕੋਲ ਹੀ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਪਏ ਤਾਂ ਉਹ ਦਿਗਵਿਜੇ ਪੰਡਤ ਨੇ ਵੇਖਿਆ। ਉਹਨੇ ਕਿਹਾ ਵੀ ਇਹ ਤਾਂ ਅਪਵਿੱਤਰ ਜਗ੍ਹਾ 'ਤੇ ਬੈਠ ਕੇ ਹੀ ਭੋਜਨ ਛਕੀ ਜਾਂਦਾ, ਇਹਨੂੰ ਕੋਈ ਨਿਯਮ ਦਾ ਪਤਾ ਹੀ ਨਹੀਂ। ਬੜਾ ਉਹਨੇ ਆਵਾ ਤਵਾ ਬੋਲਿਆ। ਇਹ ਸੁਣ ਕੇ ਭਗਤ ਕਬੀਰ ਜੀ ਨੇ ਉੱਤਰ ਵਿੱਚ ਕਿਹਾ, ਰਹਾਉ ਵਾਲੀਆਂ ਪੰਕਤੀਆਂ ਤੋਂ ਅਰਥ ਚੁੱਕਾਂਗੇ, ਵਿਵਸਥਾ ਸਹੀ ਬੈਠੇਗੀ। ਰਹਾਉ ਵਾਲੀ ਪੰਕਤੀ ਹੈ, ਕਹੋ ਪੰਡਿਤ ਸੂਚਾ ਕਵਨ ਠਾਉ। ਹੇ ਪੰਡਿਤ ਤੂੰ ਦੱਸ ਖਾਂ ਭਾਈ ਪਵਿੱਤਰ ਅਸਥਾਨ ਕਿਹੜਾ ਹੈ? ਜਹਾਂ ਬੈਸ ਹਾ ਭੋਜਨ ਖਾ। ਜਿੱਥੇ ਬੈਠ ਕੇ ਮੈਂ ਭੋਜਨ ਖਾਣਾ ਕਰਾਂ, ਤੂੰ ਦੱਸ ਤਾਂ ਸਹੀ ਵੀ ਜਗ੍ਹਾ ਹੈ ਕਿਹੜੀ ਪਵਿੱਤਰ? ਰਹਾਉ। ਇੱਥੋਂ ਅਰਥ ਚੱਲੇਗਾ ਰਹਾਉ ਦੀਆਂ ਪੰਕਤੀਆਂ ਤੋਂ। ਹੁਣ ਆਰੰਭ ਤੋਂ ਸ਼ੁਰੂ ਕਰਦੇ ਹਾਂ। ਪੰਡਤ ਕਹਿਣ ਲੱਗਾ ਕਿ ਸਾਰੇ ਹੀ ਚੌਂਕਾ ਦੇਣਾ ਸੁੱਚਾ ਸਮਝਦੇ ਨੇ, ਤਾਂ ਕਬੀਰ ਜੀ ਕਥਨ ਕਰਦੇ ਹਨ ਕਿ ਮਾਤਾ ਝੂਠੀ ਪਿਤਾ ਵੀ ਝੂਠਾ। ਹੇ ਪੰਡਤ ਮਾਂ ਦੀ ਦੇਹ ਵੀ ਅਪਵਿੱਤਰ ਹੈ। ਲਿਬੜਿਆ ਤਿਬੜਿਆ ਬੱਚਾ ਦੁਨੀਆ 'ਚ ਆਉਂਦਾ ਹੈ ਅਤੇ ਉਹਦੇ ਤੋਂ ਬਾਅਦ ਫਿਰ ਮਾਈਆਂ ਬੀਬੀ ਆਉਂਦਾ ਇਸ਼ਨਾਨ ਕਰਾਉਂਦੀਆਂ ਨੇ। ਤੂੰ ਦੱਸ ਇਹਦਾ ਜਵਾਬ ਦੇ। ਪਿਤਾ ਵੀ ਝੂਠਾ। ਪਿਤਾ ਦਾ ਸਰੀਰ ਵੀ ਝੂਠਾ ਅਪਵਿੱਤਰ ਹੈ। ਝੂਠੇ ਹੀ ਫਲ ਲਾਗੇ। ਔਰ ਉਹਨਾਂ ਤੋਂ ਪੈਦਾ ਹੋਏ ਧੀਆਂ ਪੁੱਤਰ ਨੂੰ ਫਲ ਵੀ ਝੂਠੇ ਅਪਵਿੱਤਰ ਹੀ ਲੱਗੇ ਹਨ। ਆਵ ਹੈ ਝੂਠੇ ਜਾਹੇ ਵੀ ਝੂਠੇ। ਇੰਝ ਜਨਮ ਧਾਰ ਕੇ ਆਉਣ ਵਾਲੇ ਵੀ ਝੂਠੇ ਅਪਵਿੱਤਰ ਨੇ, ਤੇ ਮਰ ਕੇ ਪਰਲੋਕ ਨੂੰ ਜਾਣ ਵਾਲੇ ਵੀ ਅਪਵਿੱਤਰ ਨੇ। ਜਾਂ ਕਿਸੇ ਦੇਸ਼ ਵਿੱਚ ਆਉਣ ਵਾਲੇ ਵੀ ਝੂਠੇ ਨੇ, ਪਰਦੇਸ਼ ਵਿੱਚ ਜਾਣ ਵਾਲੇ ਵੀ ਝੂਠੇ ਨੇ। ਅਤੇ ਝੂਠੇ ਮਰ ਹੈ ਭਾਗੇ। ਭਾਗਾਂ ਤੋਂ ਹੀਣੇ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ। ਇਸੇ ਪ੍ਰਕਾਰ ਆਵ ਹੈ ਝੂਠੇ ਜੋ ਅਵਿਦਿਆ ਦੀ ਝੂਠ ਕਰਕੇ ਜੀਵ ਆਉਂਦੇ ਨੇ, ਜਾਹੇ ਵੀ ਝੂਠੇ। ਤੇ ਮਰ ਕੇ ਵੀ ਝੂਠ ਦੇ ਵਿੱਚ ਹੀ ਜਗਤ ਝੂਠ, ਤੰਬਾਕੂ ਬੀੜੀਆਂ ਸਿਗਰਟਾਂ ਝੂਠ ਹੀ ਤਾਂ ਹੈ। ਨਿਹੰਗੇ ਨੂੰ ਖੋਤੀ ਚੁੰਘਣੀ ਕਹਿੰਦੇ ਨੇ, ਮੈਨੂੰ ਮਾਫ ਕਰਨਾ। ਤੋ ਇਸ ਤਰ੍ਹਾਂ ਗੰਦ ਮੰਦ ਖਾ ਕੇ ਤੁਰ ਜਾਂਦੇ ਨੇ। ਝੂਠੇ ਮਰ ਹੈ ਭਾਗੇ। ਭਾਗਾਂ ਤੋਂ ਹੀ ਨੇ ਪਰਮਾਤਮਾ ਵੱਲੋਂ ਬੇਮੁਖ ਹੋ ਰਹੇ ਨੇ। ਇਸ ਲਈ ਜੀਵ ਝੂਠ ਖਾਂਦੇ ਹੀ ਮਰਦੇ ਹਨ। ਕਹੋ ਪੰਡਿਤ ਸੂਚਾ ਕਵਨ ਠਾਉ। ਫਿਰ ਹੇ ਪੰਡਤ ਜੀ ਦੱਸੋ, ਤੁਸੀਂ ਆਪ ਹੀ ਆਖੋ ਕਿ ਪਵਿੱਤਰ ਸਥਾਨ ਕਿਹੜਾ ਹੈ? ਜਹਾਂ ਬੈਸ ਹਾ ਭੋਜਨ ਖਾ। ਜਿੱਥੇ ਬੈਠ ਕੇ ਮੈਂ ਭੋਜਨ ਖਾਣਾ ਕਰਾਂ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਿਹਬਾ ਝੂਠੀ। ਇਹ ਜ਼ਬਾਨ ਵੀ ਝੂਠੀ ਅਪਵਿੱਤਰ ਹੈ। ਇਹਦੇ ਵਿੱਚੋਂ ਲਾਰਾਂ ਵਗਦੀਆਂ ਰਹਿੰਦੀਆਂ ਨੇ। ਬੋਲਤ ਝੂਠਾ। ਬੋਲਣ ਵਾਲਾ ਵਾਕ ਇੰਦਰਾ ਇਹ ਵੀ ਝੂਠਾ ਹੈ। ਜ਼ਬਾਨ ਦੋ ਕੰਮ ਕਰਦੀ ਹੈ, ਇੱਕ ਰਸਨਾ ਰਸ ਲੈਣ ਦਾ, ਇੱਕ ਬੋਲਣ ਦਾ। ਜਦੋਂ ਬੋਲਦੇ ਆ ਉਹ ਥੁੱਕਾਂ ਜੀਆਂ ਮੂੰਹ 'ਚੋਂ ਨਿਕਲਦੀਆਂ ਨੇ। ਕਾਰਨ ਨੇਤਰ ਸਭ ਝੂਠੇ। ਕੰਨਾਂ 'ਚ ਮੈਲ ਹੈ, ਅੱਖਾਂ 'ਚ ਗਿੱਡ ਹੈ। ਇਹ ਕੰਨ ਅੱਖਾਂ ਆਦਿਕ ਸਾਰੇ ਇੰਦਰੇ ਵੀ ਝੂਠੇ ਅਪਵਿੱਤਰ ਹਨ। ਇੰਦਰੀ ਕੀ ਝੂਠ ਉਤਰਾ ਸਨਾਹੀ। 10 ਇੰਦਰੀਆਂ ਦੀ ਇਹ ਪਵਿੱਤਰਤਾ
ਕਦੇ ਵੀ ਉਤਰਦੀ ਨਹੀਂ ਹੈ। ਬ੍ਰਹਮ ਆਗਨ ਕੇ ਲੂਠੇ। ਇਹ ਬ੍ਰਾਹਮਣ ਪੁਣੇ ਦੇ ਹੰਕਾਰ ਦੀ ਅੱਗ ਦੇ ਸਾੜੇ ਹੋਏ ਪੰਡਤਾ ਦੱਸ, ਆਗਨ ਪੀ ਝੂਠੀ। ਇਹ ਅੱਗ ਵੀ ਝੂਠੀ ਅਪਵਿੱਤਰ ਹੈ। ਪਾਣੀ ਝੂਠਾ। ਕਿਉਂਕਿ ਅੱਗ ਦੇ ਵਿੱਚ ਅਨੇਕਾਂ ਕੀੜੇ ਸੜਦੇ ਮਰਦੇ ਨੇ। ਇਹ ਪਾਣੀ ਵੀ ਝੂਠਾ ਹੈ ਕਿਉਂਕਿ ਅਨੇਕਾਂ ਪਸ਼ੂ ਪੰਛੀ ਜਾਨਵਰ ਪੀ ਜਾਂਦੇ ਨੇ। ਝੂਠੀ ਬੈਸ ਪਕਾਇਆ। ਫਿਰ ਜਿੱਥੇ ਬੈਠ ਕੇ ਭੋਜਨ ਪਕਾਇਆ ਜਾਂਦਾ ਉਹ ਰਸੋਈ ਵੀ ਝੂਠੀ ਹੈ। ਝੂਠੀ ਕਰਛੀ ਪਰੋਸਨ ਲਾਗਾ। ਜਿਸ ਕੜਛੀ ਦੇ ਨਾਲ ਕੋਈ ਭੋਜਨ ਵਰਤਾਉਣ ਲੱਗਾ ਉਹ ਕੜਛੀ ਵੀ ਝੂਠੀ ਹੈ। ਝੂਠੇ ਹੀ ਬੈਠ ਖਾਇਆ। ਅਤੇ ਬੈਠ ਕੇ ਜਿਨ੍ਹਾਂ ਨੇ ਭੋਜਨ ਖਾਧਾ ਹੈ ਉਹ ਵੀ ਝੂਠੇ ਹੀ ਨੇ। ਗੋਬਰ ਝੂਠਾ। ਜਿਹੜਾ ਗੋਹਾ ਹੈ ਪਸ਼ੂਆਂ ਦਾ ਗੋਹਾ ਇਹ ਵੀ ਝੂਠਾ ਹੈ। ਕਈ ਹਾਥੀ ਦੀ ਲਿੱਦ ਦੀ ਧੂਪ ਦਿਖਾਉਣਗੇ, ਉਹਨੂੰ ਕਹਿੰਦੇ ਨੇ ਗੂਕਲ, ਧੂਪ ਦਿਖਾਉਂਦੇ ਨੇ ਅਤੇ ਗਾਂ ਦੇ ਗੋਹੇ ਦਾ ਲੇਪ ਕਰਦੇ ਨੇ। ਮਹਾਰਾਜ ਕਬੀਰ ਜੀ ਕਹਿੰਦੇ ਵੀ ਤਾਂ ਝੂਠਾ ਉਹਨਾਂ ਦਾ ਵਿਸ਼ਟਾ ਹੈ। ਚੌਕਾ ਝੂਠਾ। ਫਿਰ ਜਿਸ ਚੌਂਕੇ ਦੇ ਵਿੱਚ ਗਾਂ ਦੇ ਗੋਹੇ ਦਾ ਲੇਪ ਕੀਤਾ ਉਹ ਚੌਂਕਾ ਵੀ ਝੂਠਾ ਹੈ। ਪੁਰਾਣੇ ਸਮੇਂ ਬ੍ਰਾਹਮਣ ਇਸ ਤਰ੍ਹਾਂ ਕਰਦੇ ਸੀਗੇ। ਹੁਣ ਤਾਂ ਵੈਸੇ ਸਾਨੂੰ ਪੱਥਰ ਦੀਆਂ ਪੱਕੀਆਂ ਰਸੋਈਆਂ ਮਿਲ ਗਈਆਂ ਨੇ ਅਤੇ ਆਪਾਂ ਜਦ ਕੜਾਹ ਪ੍ਰਸ਼ਾਦ ਬਣਾਉਂਦੇ ਤਾਂ ਮਾਈਆਂ ਨੂੰ ਕਹਿਣਾ ਵੀ ਪਰੋਲਾ ਫੇਰ ਦਿਓ। ਉਹ ਮਿੱਟੀ ਜੀ ਹੁੰਦੀ ਸੀਗੀ, ਪਰੋਲਾ ਫਰਾ ਕੇ ਫਿਰ ਪ੍ਰਸ਼ਾਦ ਬਣਾਈਦਾ ਸੀਗਾ। ਅਤੇ ਲੋਕ ਆਮ ਘਰਾਂ 'ਚ ਉਹ ਗੋਹਾ ਹੀ ਫੇਰਦੇ ਨੇ। ਇਸ ਵਾਸਤੇ ਕਬੀਰ ਜੀ ਕਹਿੰਦੇ ਨੇ ਵੀ ਉਹ ਝੂਠਾ ਹੈ। ਝੂਠੀ ਦੀਨੀ ਕਾਰਾ। ਅਤੇ ਆਲੇ ਦੁਆਲੇ ਚੌਂਕੇ ਦੇ ਜੋ ਲਕੀਰ ਦਿੱਤੀ ਇਹ ਕੱਢੀ ਹੈ ਉਹ ਵੀ ਝੂਠੀ ਹੈ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਕੁਬੁੱਧ ਡੋਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਹੈ ਕਬੀਰ ਤੇਈ ਨਰ ਸੂਚੇ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਪੰਡਤ ਜੀ ਉਹੀ ਮਨੁੱਖ ਇਸ ਜਗਤ ਦੇ ਵਿੱਚ ਸੋਚੇ ਪਵਿੱਤਰ ਕਹੇ ਜਾਂਦੇ ਨੇ। ਸਾਚੀ ਪਰੀ ਵਿਚਾਰਾ। ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਸਰੂਪ ਦੀ ਸੱਚੀ ਵਿਚਾਰ ਪਈ ਹੈ ਉਹੀ ਸੁੱਚੇ ਹਨ। ਇਹ ਜਿਹੜਾ ਪਾਵਨ ਸ਼ਬਦ ਹੈ ਕਰਮ ਕਾਂਡਾਂ ਦੇ ਵਿਰੁੱਧ ਹੈ, ਪਰ ਕਈ ਜਿਹੜੇ ਗੁਰਮਤਿ ਦੇ ਵਿਦਵਾਨ ਕਥਾ ਪ੍ਰਚਾਰਕ ਨੇ ਉਹ ਗੁਰੂ ਘਰ ਦੀ ਜਿਹੜੀ ਸਾਫ ਸਫਾਈ ਸੁਚਮਤਾ ਹੈ ਉਹਨੂੰ ਕਰਮ ਕਾਂਡ ਨਾਲ ਜੋੜ ਕੇ ਅਤੇ ਗੁਰੂ ਘਰ ਦੀ ਸਾਫ ਸਫਾਈ ਵਾਸਤੇ ਵੀ ਵਿਰੋਧਤਾ ਫਜ਼ੂਲ ਦਾ ਵਾਦ ਵਿਵਾਦ ਖੜਾ ਕਰਦੇ ਨੇ ਪਾਵਨ ਸ਼ਬਦ ਪੜ੍ਹ ਕੇ। ਸਾਧ ਸੰਗਤ ਜੀਓ, ਜੋ ਅਸੀਂ ਸਾਫ ਸਫਾਈ ਰੱਖਦੇ ਹਾਂ ਇੱਕ ਹੁੰਦਾ ਕਰਮ ਕਾਂਡ, ਇੱਕ ਹੁੰਦੀ ਹੈ ਸਫਾਈ। ਹੁਣ ਅੰਮ੍ਰਿਤ ਵੇਲਾ ਹੈ ਅਤੇ ਇੱਥੇ 2 ਵਜੇ ਵੀ ਮੈਂ ਬੈਠਾ ਸੀਗਾ। ਇੱਕ ਬੀਬੀ ਭੈਣ ਉਹ ਤਾਂ ਨਹਾ ਕੇ ਆਈ ਹੋਊਗੀ, ਕਹਿੰਦੀ ਮੇਰੀ ਅਰਦਾਸ ਕਰੋ। ਮੈਂ ਕਿਹਾ ਭੈਣਾ ਵੀ ਮੈਂ ਤਾਂ ਨਹਾਤਾ ਨਹੀਂ, ਇਸ਼ਨਾਨ ਨਹੀਂ ਕੀਤਾ ਹੋਇਆ। ਇੱਕ ਥੱਲੇ ਬੀਬੀ ਕਹਿੰਦੀ ਵੀ ਅਰਦਾਸ ਕਰੋ। ਮੈਂ ਕਿਹਾ ਵੀ ਹੁਣ ਪਹਿਲੀ ਵਾਰ ਪ੍ਰਕਾਸ਼ ਹੋਇਆ ਅਤੇ ਮੈਂ ਅੰਦਰ ਕਿਵੇਂ ਜਾਵਾਂ, ਕਿਹੜਾ ਮੂੰਹ ਲੈ ਕੇ, ਵੀ ਨਹਾਤਾ ਤਾਂ ਹੈ ਨਹੀਂ। ਮਤਲਬ ਕਮ ਸੇ ਕਮ ਬੰਦੇ ਨੂੰ ਇਸ਼ਨਾਨ ਤਾਂ ਜ਼ਰੂਰੀ ਹੈ ਨਾ, ਚੋਲਾ ਵੀ ਧੋਤਾ ਪਾਉਣਾ ਜ਼ਰੂਰੀ ਹੈ। ਇਹ ਸਾਫ ਸਫਾਈ ਹੈ ਕਾਹਦੇ ਲਈ? ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ। ਸ਼ਹੀਦਾਂ ਦਾ ਜਿਹੜਾ ਅੰਗੀਠਾ ਹੈ ਮਹਾਰਾਜ ਦਾ ਸਥਾਨ ਹੈ, ਪਵਿੱਤਰ ਸਥਾਨ ਹੈ। ਔਰ 100 ਵਾਰ ਨੱਕ ਰਗੜ ਕੇ ਵੀ ਆਪਾਂ ਭੁੱਲ ਨਹੀਂ ਬਖਸ਼ਾ ਸਕਦੇ। ਆਪਾਂ ਤਾਂ ਝੂਠੇ ਹੀ ਹਾਂ, ਪਰ ਕਮ ਸੇ ਕਮ ਮਾੜਾ ਮੋਟਾ ਸਾਫ ਸਫਾਈ ਤਾਂ ਹੋਣੀ ਚਾਹੀਦੀ। ਹੱਥ ਜੋੜ ਕੇ ਮਾਫੀ ਮੰਗ ਕੇ ਅਤੇ ਫਿਰ ਵੀ ਡਰ ਲੱਗਦਾ ਵੀ ਅੰਦਰ ਆਪਾਂ ਪ੍ਰਵੇਸ਼ ਕਰ ਰਹੇ ਹਾਂ, ਕਿਉਂਕਿ ਸਰੀਰ ਤਾਂ ਸਰੀਰ ਹੀ ਹੈ। ਹੁਣ ਜਿਹੜੇ ਡਾਕਟਰ ਨੇ ਵੇਖੋ, ਡਾਕਟਰਾਂ ਦੀ ਸਫਾਈ ਕਰਮਕਾਂਡ ਨਹੀਂ ਆਪਾਂ ਕਹਿ ਸਕਦੇ, ਉਹ ਤਾਂ ਮਰੀਜ਼ ਦੇ ਭਲੇ ਵਾਸਤੇ ਹੈ। ਜੇ OT ਦੇ ਵਿੱਚ ਉਹ ਹੱਥ ਨਾ ਧੋਣ ਜਾਂ ਕੱਪੜੇ ਨਾ ਬਦਲਣ, ਅਤੇ ਕਈਆਂ ਨੇ ਮਾਈਆਂ ਨੂੰ ਅੰਨੇ ਹੀ ਕਰ ਸੁੱਟਿਆ ਅੱਖਾਂ ਦੇ ਕੈਂਪ ਦੇ ਵਿੱਚ, ਸਫਾਈ ਨਹੀਂ ਰੱਖੀ।
ਉਹ ਜਰਾਸੀਮ ਪੈ ਜਾਂਦੇ ਨੇ, ਹਥਿਆਰਾਂ ਨੂੰ ਵੀ ਉਬਾਲਦੇ ਨੇ। ਕਿੰਨੀ ਉਹ ਸਾਫ ਸਫਾਈ। ਇਸ ਤਰ੍ਹਾਂ ਜਦੋਂ ਮਹਾਰਾਜ ਦਾ ਕੜਾਹ ਪ੍ਰਸ਼ਾਦ ਬਣਾਈਦਾ ਹੈ ਜਾਂ ਵਰਤਾਈਦਾ ਹੈ ਅਤੇ ਹੱਥਾਂ ਨੂੰ ਧੋਣਾ ਕੋਈ ਕਰਮ ਕਾਂਡ ਨਹੀਂ ਹੈ, ਇਹ ਤਾਂ ਸੰਗਤ ਦੇ ਸਤਿਕਾਰ ਹਿੱਤ ਹੈ। ਇਸ ਲਈ ਇਹ ਜਿਹੜਾ ਸ਼ਬਦ ਹੈ ਇਹਦਾ ਭਾਵ ਸਮਝਣਾ ਆਪ ਨੇ, ਇਹਨੂੰ ਤਰਕ ਦੇ ਵਿੱਚ ਨਹੀਂ ਲੈਣਾ। ਇਹੀ ਬੇਨਤੀ ਹੈ, ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਲੜੀਵਾਰ ਕਥਾ ਦੀ ਤਾਂ ਸਮਾਪਤੀ ਕਰਦੇ ਹਾਂ, ਕਿਉਂਕਿ ਹੁਕਮਨਾਮਾ ਸਾਹਿਬ ਦੀ ਕਥਾ ਅਰਦਾਸ ਤੋਂ ਬਾਅਦ ਆਪਾਂ ਪ੍ਰਾਰੰਭ ਕੀਤੀ ਹੈ। ਅੱਜ ਅਖੰਡ ਪਾਠ ਸਾਹਿਬ ਪ੍ਰਾਰੰਭ ਹੈ। ਉਹ ਜਿਹੜਾ ਅੰਮ੍ਰਿਤ ਵੇਲੇ ਦਾ ਜਦੋਂ ਸਪੀਕਰ ਆਨ ਹੋਇਆ, ਗੁਰੂ ਸਾਹਿਬ ਨੇ ਮਲਹਾਰ ਦੀ ਵਾਰ ਵਿੱਚ ਹੁਕਮਨਾਮਾ ਬਖਸ਼ਿਆ ਹੈ, ਉਸ ਦੀ ਚੰਦ ਮਿੰਟਾਂ ਦੇ ਵਿੱਚ ਵਿਚਾਰ ਕੀਤੀ ਜਾਵੇਗੀ। ਸੋ ਲੜੀਵਾਰ ਕਥਾ ਦੀ ਸਮਾਪਤੀ 'ਤੇ ਫਤਿਹ ਅਰਜ ਕਰੋ ਅਤੇ ਹੁਕਮਨਾਮੇ ਦੀ ਕਥਾ ਵਿਚਾਰ ਬਾਅਦ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਆਓ ਭੁੱਲਾਂ ਚੁੱਕਾ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਨੇ। ਗੋਬਰ ਝੂਠਾ ਚੌਕਾ ਝੂਠਾ, ਝੂਠੀ ਦੀਨੀ ਕਾਰ ਕਹਿ ਕਬੀਰ ਤੇ ਨਰ ਸੂਚੇ, ਸਾਚੀ ਪਰੀ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਰੂਪ ਸਤਵੰਤ ਸਿੰਘ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਾਧ ਸੰਗਤ ਜੀਓ, ਤਿੰਨਾਂ ਦੇ ਜਨਮ ਦਿਹਾੜੇ ਦੀ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਬਾਬਾ ਹਨੂੰਮਾਨ ਸਿੰਘ ਜੀ ਦਾ ਜੋ ਜਨਮ ਹੈ, ਇਹ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਗਰਜਾ ਸਿੰਘ ਜੀ ਬਾਠ, ਤਿੰਨਾਂ ਦੀ ਗ੍ਰਹਿ ਵਿਖੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੋਇਆ। ਬਚਪਨ ਤੋਂ ਹੀ ਆਪ ਭਗਤੀ ਭਾਵ ਵਾਲੇ ਸਨ ਅਤੇ ਨਿਹੰਗ ਸਿੰਘ ਸੰਪਰਦਾ ਜੋ ਬੁੱਢਾ ਦਲ ਹੈ, ਤਿਸ ਦੇ ਆਪ 7ਵੇਂ ਜਥੇਦਾਰ ਬਣੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਵਕਤ ਜਥੇਦਾਰ ਬਣੇ ਜਿਸ ਵਕਤ ਜੋ ਸਾਧ ਸੰਗਤ ਜੀ ਉਹ ਅਕਾਲੀ ਫੂਲਾ ਸਿੰਘ ਜੀ ਸਨ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਕਾਲੀ ਫੂਲਾ ਸਿੰਘ ਸਾਹਿਬ ਜੀ ਮੁਹਿੰਮਾਂ ਦੇ ਵਿੱਚ ਜੰਗ ਕਰਦੇ ਅਤੇ ਰੱਬ ਨੂੰ ਪਿਆਰੇ ਹੋ ਗਏ, ਸ਼ਹੀਦੀ ਪ੍ਰਾਪਤ ਕਰ ਗਏ। ਉਸ ਵਕਤ ਜਿਹੜਾ ਨਿਹੰਗ ਸਿੰਘ ਸੰਪਰਦਾ ਬੁੱਢਾ ਦਲ ਦਾ ਜਥੇਦਾਰ ਹੁੰਦਾ ਸੀਗਾ, ਉਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਜਾਂਦਾ। ਸ੍ਰੀ ਅਕਾਲ ਤਖਤ ਸਾਹਿਬ 'ਤੇ ਪੂਰੀ ਤਨਦੇਹੀ ਦੇ ਨਾਲ ਸੇਵਾ ਨਿਭਾ ਰਹੇ ਸਨ ਕਿ ਮਹਾਰਾਣੀ ਜਿੰਦ ਕੌਰਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਾਹੀਂ ਖਾਲਸਾ ਪੰਥ ਦੇ ਨਾਮ ਲੈ ਕੇ ਚਿੱਠੀ ਭੇਜੀ ਕਿ ਡੋਗਰੇ ਸਰਦਾਰਾਂ ਨੇ ਅੰਗਰੇਜ਼ਾਂ ਦੇ ਨਾਲ ਹਿੰਦੁਸਤਾਨੀ ਰਾਜ ਨੂੰ ਅਧੀਨ ਕਰਨ ਦਾ ਸੌਦਾ ਕਰ ਲਿਆ। ਖਾਲਸਾ ਜੀ, ਜੇ ਰਾਜ ਬਚਾਇਆ ਜਾਂਦਾ ਤਾਂ ਬਚਾ ਲਓ। ਉਸ ਵਕਤ 90 ਸਾਲ ਦੀ ਉਮਰ ਦੇ ਵਿੱਚ ਬਾਬਾ ਹਨੂੰਮਾਨ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਦਾਨੀ ਜੰਗ ਵੱਲ ਚਾਲੇ ਮਾਰ ਦਿੱਤੇ। ਮੁਦਕੀ ਦੇ ਮੈਦਾਨ ਦੇ ਵਿੱਚ ਬਹੁਤ ਭਾਰੀ ਜੰਗ ਹੋਇਆ ਜਿਹਦੇ ਵਿੱਚ ਗੋਰੀ ਗੌਰਮੈਂਟ ਉਹ ਹਾਰ ਗਈ। ਆਪਣੇ ਆਪ ਨੂੰ ਹਾਰੀ ਮੰਨ ਕਰਕੇ ਜਦੋਂ ਭੱਜ ਰਹੀ ਸੀ ਤਾਂ ਪਟਿਆਲੇ ਦੇ ਮਹਾਰਾਜੇ ਨੇ ਉਹਨਾਂ ਨੂੰ ਇਹ ਕਹਿ ਕੇ ਵਾਪਸ ਮੋੜਿਆ ਕਿ ਤੁਸੀਂ ਉਹਨਾਂ ਨਿਹੰਗਾਂ ਤੋਂ ਭੱਜ ਰਹੇ ਹੋ
ਜਿਨ੍ਹਾਂ ਦੇ ਕਛਹਿਰੇ ਫਟੇ ਹੋਏ ਨੇ, ਚੋਲੇ ਪਾਟੇ ਹੋਏ ਨੇ, ਤਲਵਾਰਾਂ ਖੁੰਡੀਆਂ ਨੇ, ਤੇ ਤੁਹਾਡੇ ਕੋਲ ਤਾਂ ਤੋਪਾਂ ਨੇ, ਗੰਨਾਂ ਨੇ, ਬਰੂਦ ਹੈ, ਸਭ ਕੁਝ ਹੈ, ਤੁਸੀਂ ਕਿਉਂ ਡਰਦੇ ਹੋ? ਮੈਂ ਤੁਹਾਡੇ ਨਾਲ ਹਾਂ। ਸਿੰਘਾਂ ਨੂੰ ਭੁਲੇਖਾ ਪੈ ਗਿਆ ਵੀ ਇਹ ਸਰਦਾਰ ਹੈ। ਕਰਮ ਸਿੰਘ ਉਦੋਂ ਪਟਿਆਲੇ ਦਾ ਮਹਾਰਾਜਾ ਸੀਗਾ। ਉਹ ਤਾਂ ਹੈਲਪ ਵਜੋਂ ਵੀ ਗੋਰੇ ਤਾਂ ਹੁਣ ਭੱਜ ਗਏ ਅਤੇ ਪਟਿਆਲੇ ਵਾਲੇ ਮਹਾਰਾਜੇ ਦੀ ਮਦਦ ਲੈਂਦੇ ਆ। ਉਹ ਮਦਦ ਲਈ ਆਏ, ਅੱਗੋਂ ਉਹਨੇ ਤੋਪਾਂ ਭੀੜ ਦਿੱਤੀਆਂ ਅਤੇ ਗੁਰਦੁਆਰਾ ਦੁੱਖ ਨਿਵਾਰਨ ਜਿੱਥੇ ਜੋਤ ਜਗਦੀ ਹੈ, ਇਸ ਸਥਾਨ ਦੇ 15,000 ਨਿਹੰਗ ਫੌਜਾਂ ਦਾ ਘਾਣ ਕਰ ਦਿੱਤਾ। ਬਾਬਾ ਜੀ ਉੱਥੋਂ ਚੱਲਦੇ ਹੋਏ ਰਾਜਪੁਰਾ ਅਤੇ ਘੜਾਮ ਆਦਿਕ ਦੀ ਹੁੰਦੇ ਹੋਏ ਇਸ ਸਥਾਨ 'ਤੇ ਪਹੁੰਚੇ। ਮੇਰੀ ਜਾਚੇ ਇੱਥੇ ਜੰਗ ਤਾਂ ਨਹੀਂ ਹੋਇਆ ਹੋਵੇਗਾ, ਕਿਉਂਕਿ ਪੱਟ 'ਚ ਗੋਲਾ ਲੱਗਾ ਸੀਗਾ। ਹੋਰ ਵਹੀਰ ਸੀਗੇ ਇੱਥੇ ਘੇਰਾ ਪਾ ਕੇ ਥੋੜ੍ਹਾ ਬਹੁਤਾ ਜਿੰਨਾ ਕਿਸੇ 'ਚ ਤਾਕਤ ਸੀਗੀ ਉਹਨਾਂ ਤਾਂ ਮੁਕਾਬਲਾ ਕੀਤਾ ਹੋਊਗਾ। ਅਤੇ ਪਰ ਜਿੱਥੇ ਆਪਦੇ ਹੀ ਦੁਸ਼ਮਣ ਬਣ ਜਾਣ, ਦੁਸ਼ਮਣਾਂ ਨਾਲ ਤਾਂ ਲੜਿਆ ਜਾ ਸਕਦਾ, ਪਰ ਜਿੱਥੇ ਆਪਦੇ ਦੁਸ਼ਮਣ ਬਣ ਜਾਣ ਉੱਥੇ ਭਲਾ ਕੀ ਮੁਕਾਬਲਾ ਹੋ ਸਕਦਾ। ਕਰਮ ਸਿੰਘ ਦੀਆਂ ਫੌਜਾਂ ਨੇ ਹੀ ਘੇਰਾ ਪਾਇਆ। ਗੋਰੇ ਤਾਂ ਹੈ ਹੀ ਸਨ, ਪਟਿਆਲੇ ਵਾਲੇ ਮਹਾਰਾਜੇ ਦੀਆਂ ਫੌਜਾਂ ਵੀ ਸਨ। ਘੇਰਾ ਪਾ ਕੇ ਇਸ ਸਥਾਨ ਦੇ ਸਿੰਘਾਂ ਨੂੰ ਇੱਕ ਜੰਗਲ ਦਾ ਝਿੜਾ ਸੀਗਾ ਅਤੇ ਉਹਦੇ ਵਿੱਚ ਘੇਰਾ ਪਾ ਕੇ, ਜਿਸ ਤਰ੍ਹਾਂ ਕਾਹਨੂੰ ਮਾਨ ਦੇ ਛੰਭ ਵਿੱਚ ਛੋਟਾ ਘੱਲੂਘਾਰਾ ਹੋਇਆ, ਇੱਧਰ ਮਾਲਵੇ ਵਿੱਚ ਵੱਡਾ ਘੱਲੂਘਾਰਾ ਹੋਇਆ, ਖਾਲਸੇ ਦਾ ਘਾਣ ਕੀਤਾ ਗਿਆ। ਨਵੰਬਰ 84 ਦੇ ਵਿੱਚ ਦਿੱਲੀ ਕਤਲੇਆਮ ਕੀਤਾ ਗਿਆ। ਇਸ ਤਰੀਕੇ ਦੇ ਨਾਲ ਬੀਬੀਆਂ ਵੀ ਸੀਗੀਆਂ, ਬੱਚੇ ਵੀ ਸੀਗੇ, ਅਤੇ ਇਕੱਲੇ ਜੁਝਾਰੂ ਸੂਰਮੇ ਨਹੀਂ ਸਨ, ਸਾਰੇ ਹੀ ਸਨ। ਘੇਰਾ ਪਾ ਕੇ ਸਾਧ ਸੰਗਤ ਜੀ ਇਹਨਾਂ ਦਾ ਖਾਤਮਾ ਕੀਤਾ ਗਿਆ। ਇਹਨਾਂ ਸਿੰਘਾਂ ਨੇ ਜਕਾਰੇ ਛੱਡਦੇ ਹੋਏ ਈਨ ਨਹੀਂ ਮੰਨੀ, ਬਾਹਾਂ ਖੜੀਆਂ ਨਹੀਂ ਕੀਤੀਆਂ, ਅਤੇ ਚੜ੍ਹਦੀ ਕਲਾ ਦੇ ਨਾਲ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੈ ਕਬੂ ਹੋ ਨਾ ਛਾਡੈ ਖੇਤ। ਪਹਿਲਾਂ ਅਸੀਂ 500 ਕਹਿੰਦੇ ਹੁੰਦੇ ਸੀਗੇ, ਅਤੇ ਐਰਕੀ ਗੁਟਕੇ ਛਪਾਏ ਇਤਿਹਾਸ ਦੇ ਵਿੱਚ 3500 ਲਿਖਿਆ ਹੈ। 3500 ਦੇ ਕਰੀਬ ਇੱਥੇ ਸਿੰਘ ਸਿੰਘਣੀਆਂ, ਬੱਚੇ ਬਜ਼ੁਰਗ, ਬੱਚੇ ਬੀਬੀਆਂ, ਨਿਹੰਗ ਫੌਜਾਂ ਸਾਰੇ ਹੀ ਸ਼ਹੀਦ ਹੋਏ ਨੇ। ਜਿਹੜਾ ਥੱਲੇ ਅੰਗੀਠਾ ਹੈ ਉੱਥੇ ਸਾਰੇ ਸ਼ਹੀਦਾਂ ਦਾ ਅੰਤਮ ਸੰਸਕਾਰ ਹੋਇਆ, ਅਤੇ ਇਕੱਲੇ ਬਾਬੇ ਹਨੂੰਮਾਨ ਸਿੰਘ ਦਾ ਜਥੇਦਾਰ ਸੀਗਾ, ਉਹ ਇਸ ਦੇ ਹੇਠਾਂ ਜਿਹੜਾ ਮੇਨ ਅੰਗੀਠਾ ਹੈ ਉਸ ਸਥਾਨ ਦੇ ਅੰਗੀਠੇ ਸਾਹਿਬ ਵਾਲੀ ਜਗ੍ਹਾ 'ਤੇ ਚਿਖਾ ਸਜਾ ਕੇ ਅੰਤਮ ਸੰਸਕਾਰ ਸਰੀਰ ਅਗਨ ਭੇਟ ਕੀਤਾ ਗਿਆ। ਜਿੱਥੇ ਕੋਈ ਸ਼ਹੀਦੀ ਪਾਵੇ ਜਾਂ ਜਿੱਥੇ ਕਿਸੇ ਦਾ ਜਨਮ ਹੋਵੇ ਜਾਂ ਕਿਸੇ ਨੇ ਭਗਤੀ ਕੀਤੀ ਹੋਵੇ, ਉਹ ਸਾਧੂ ਸੰਤ ਜਾਂ ਸ਼ਹੀਦੀ ਫੌਜਾਂ ਉਹ ਆਪਣੇ ਸਥਾਨ 'ਤੇ ਹਮੇਸ਼ਾ ਹਾਜ਼ਰ ਨਾਜ਼ਰ ਹੁੰਦੀਆਂ ਨੇ। ਜਿੱਥੇ ਕੋਈ ਚੜ੍ਹਾਈ ਕਰ ਗਿਆ ਹੋਵੇ, ਨਾ ਤਾਂ ਉੱਥੇ ਦੀਵਾ ਜਗਦਾ ਅਤੇ ਨਾ ਹੀ ਉੱਥੇ ਕੋਈ ਜਾਂਦਾ ਹੈ। ਦੀਵਾ ਵੀ ਉਸ ਘਰ 'ਚ ਜਗਦਾ ਅਤੇ ਪ੍ਰਾਹੁਣੇ ਵੀ ਉਸ ਘਰ 'ਚ ਆਉਂਦੇ ਜਿੱਥੇ ਵੱਸ ਦਾ ਘਰ ਹੋਵੇ। ਇਹਦੀ ਉਦਾਹਰਨ ਇਹ ਹੈ ਕਿ 1 ਲੱਖ ਪੂਤ 1.25 ਲੱਖ ਨਾਤੀ, ਤੇ ਇਹ ਰਾਵਣ ਘਰ ਦੀਆ ਨਾ ਬਾਤੀ। ਰਾਵਣ ਮਰਿਆ, ਦੀਵਾ ਬੱਤੀ ਕਰਨ ਵਾਲਾ ਕੋਈ ਨਹੀਂ ਸੀਗਾ। ਮੜੀਆਂ 'ਤੇ ਨਹੀਂ ਕੋਈ ਵੀ ਮੇਲੇ ਲਾਉਂਦਾ। ਸ਼ਹੀਦਾਂ ਦੇ ਪਵਿੱਤਰ ਸਥਾਨ ਦੇ ਜੋੜ ਮੇਲੇ ਕਿਉਂ ਲੱਗਦੇ? ਇੱਥੇ ਫੌਜਾਂ ਹਾਜ਼ਰ ਨਾਜ਼ਰ ਨੇ, ਚੜ੍ਹਦੀ ਕਲਾ ਨਾਲ ਸ਼ਕਤੀ ਵਰਤਦੀ ਹੈ, ਕਈਆਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ, ਅਤੇ ਇਸੇ ਤਰ੍ਹਾਂ ਕਈਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ। ਮੈਂ ਤਾਂ ਇਹ ਵੇਖਿਆ ਹੈ ਵੀ ਆਪਣੇ ਬੰਦਿਆਂ ਦੀ ਮਹਾਰਾਜ ਬਾਅਦ 'ਚ ਸੁਣਦਾ, ਅਤੇ ਜਿਹੜੇ ਦੂਜੇ ਧਰਮਾਂ ਦੇ ਨੇ ਜਾਂ ਕੋਈ ਰਹਿਤ ਦੇ ਵਿੱਚ ਪਰਪੱਕ ਵੀ ਨਹੀਂ, ਉਹਨਾਂ ਦੀ ਪਹਿਲ ਦੇ ਆਧਾਰ 'ਤੇ ਸੁਣਦਾ ਹੈ। ਮੁੰਡੇ ਅੱਜ ਕੱਲ੍ਹ ਬਾਹਰ ਨੂੰ ਦੌੜਦੇ ਨੇ, ਵੀਜ਼ਿਆਂ ਦੀ ਅਰਦਾਸ ਅੱਜ ਕਰਦੇ, ਭਲ ਕੇ ਬਾਹਰ ਨੂੰ ਚੜ੍ਹ ਜਾਂਦੇ, ਉਹ ਵੀ ਅਰਦਾਸਾਂ ਪੂਰੀਆਂ ਹੁੰਦੀਆਂ। ਪਵਿੱਤਰ ਸਰੋਵਰ ਹੈ, ਕਿੰਨੀ ਬਾਣੀ ਪੜ੍ਹੀ ਜਾ ਰਹੀ ਹੈ, ਉਹ ਸਾਰਾ ਜਲ ਦੇ ਵਿੱਚ ਅਸਰ ਹੁੰਦਾ। ਤੋ ਇਸ ਵਾਸਤੇ ਇਸ਼ਨਾਨ ਕਰਨ ਤੋਂ ਅਨੇਕਾਂ ਹੀ ਬਲਾਮਤਾਂ ਬਦ ਬਲਾਵਾਂ ਲੈਂਦੀਆਂ। ਮਹਾਂਪੁਰਖਾਂ ਦਾ ਬਚਨ ਹੈ ਵੀ ਜਿਹੜਾ ਇੱਥੇ ਬਾਣੀ ਪੜ੍ਹੂਗਾ, ਨਿਤਨੇਮ ਕਰੂਗਾ, ਬਾਣੀ ਪੜ੍ਹਨ ਵਾਲਿਆਂ ਦੇ ਸਰੀਰ ਤੰਦਰੁਸਤ, ਚੜ੍ਹਦੀ ਕਲਾ, ਕਾਰੋਬਾਰ, ਤਰੱਕੀਆਂ, ਖਜ਼ਾਨੇ ਭਰਪੂਰ, ਬਾਲ ਬੱਚਿਆਂ ਦੀ ਤੰਦਰੁਸਤੀ, ਕਾਰੋਬਾਰ ਦੇ ਵਿੱਚ ਖੁਸ਼ੀਆਂ, ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਉਹ ਸ਼ਹੀਦ ਹਾਜ਼ਰ ਨਾਜ਼ਰ ਨੇ। ਸਾਰੀ ਰਾਤ ਇਸੇ ਤਰ੍ਹਾਂ ਹੀ ਗੁਰਦੁਆਰਾ ਭਰਿਆ ਮੈਂ ਵੇਖਿਆ। ਵੇਖੋ ਲਾਈਟਾਂ ਜਗਦੀਆਂ, ਜੋਤਾਂ ਜਗਦੀਆਂ,
ਹਰ ਸੰਗਤਾਂ ਜੋੜ ਮੇਲੇ ਲਾਉਂਦੀਆਂ। ਬਾਬਾ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਗਿਆ ਬੜੀ ਧੂਮ-ਧਾਮ ਦੇ ਨਾਲ। ਇਹ ਸੰਗਤਾਂ ਨੇ ਉਤਸ਼ਾਹ ਜਨਾਇਆ ਹੈ, ਇਹ ਜਿਉਂਦਿਆਂ ਦੀ ਨਿਸ਼ਾਨੀ ਹੈ। ਇਸ ਲਈ ਉਹਨਾਂ ਦੇ ਨਾਮ ਤੋਂ ਪਹਿਲਾਂ ਅਮਰ ਲਾਇਆ ਜਾਂਦਾ। ਸੋ ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਵਾਪਰੇ, ਜੋ ਹਾਟੇ ਹਾਟ ਬਕਾਏ। ਬ੍ਰਹਮ ਗਿਆਨੀ ਸਦ ਜੀਵਨ ਨਹੀਂ ਮਰਤਾ, ਉਹ ਹਮੇਸ਼ਾ ਜਿਉਂਦੇ ਹਨ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਮਾਣੋ। ਸੂਰੇ ਸੇ ਹੀ ਆਗੇ ਆਖੀਐ, ਜੇ ਪਾਵੈ ਸਾਚੀ ਦਰਗਹਿ ਮਾਣੋ। ਸੋ ਐਸੇ ਮਹਾਂਪੁਰਖ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਦਾ ਅੱਜ ਪਵਿੱਤਰ ਜਨਮ ਦਿਹਾੜਾ ਬੜੀ ਧੂਮ-ਧਾਮ ਉਤਸ਼ਾਹ ਦੇ ਨਾਲ ਸੰਗਤਾਂ ਨੇ ਮਨਾਇਆ ਸਾਰੀ ਰਾਤ, ਅਤੇ ਮਨਾਇਆ ਜਾ ਰਿਹਾ। ਅਤੇ ਅਖੰਡ ਪਾਠਾਂ ਦੇ ਭੋਗ ਪੈਣਗੇ ਸਾਰੀ ਦਿਹਾੜੀ, ਅੱਗੇ ਮਨਾਇਆ ਜਾਵੇਗਾ। ਰਾਤ ਦੇ 10:30 ਵਜੇ ਤੱਕ ਦੀਵਾਨ ਸੱਜਣਗੇ। ਸੋ ਆਪ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਜੋ ਅੱਜ ਅੰਮ੍ਰਿਤ ਵੇਲੇ ਸਾਹਿਬਾਂ ਨੇ ਹੁਕਮਨਾਮਾ ਬਖਸ਼ਿਆ, ਉਹ ਪਿਆਰ ਦੇ ਨਾਲ ਸੁਣੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਮਲਾਰ ਦੀ ਵਾਰ ਦੇ ਵਿੱਚ 25ਵੇਂ ਨੰਬਰ 'ਤੇ ਹੈ, ਜਿੱਥੇ ਅੱਜ ਲੜੀਵਾਰ ਕਥਾ ਦੀ ਸਮਾਪਤੀ ਹੋਈ ਹੈ। ਉਹ ਵੀ ਇੱਕ ਤਰਕ ਵਾਲੇ ਸ਼ਬਦ 'ਤੇ ਸਮਾਪਤੀ ਹੋਈ ਹੈ, ਝੂਠ 'ਤੇ। ਝੂਠ 'ਤੇ ਸੋਚ ਦਾ ਬੜਾ ਤਰਕ ਚੱਲਦਾ ਹੈ। ਅਤੇ ਇਸੇ ਤਰ੍ਹਾਂ ਮਾਸ ਬਾਰੇ ਵੀ ਬੜਾ ਝਗੜਾ ਚੱਲਦਾ ਵੀ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਕਿਵੇਂ ਹੈ ਕਿਵੇਂ ਨਹੀਂ ਹੈ। ਮੁੱਕਦੀ ਗੱਲ ਤਾਂ ਇਹ ਹੈ ਵੀ ਜਿੱਥੇ ਵੀ ਗੁਰਦੁਆਰਾ ਹੈ, ਨਿਸ਼ਾਨ ਚੂਲ ਦੇ ਗੁਰਦੁਆਰੇ ਦਾ ਲੰਗਰ ਚੱਲਦਾ, ਲੰਗਰ ਦੇ ਵਿੱਚ ਹਮੇਸ਼ਾ ਦਾਲ ਅਤੇ ਫੁਲਕਾ ਹੀ ਵਰਤੀਂਦਾ ਹੈ। ਜਦ ਅਰਦਾਸ ਕਰਕੇ ਭੋਗ ਪਾਈਦਾ ਤਾਂ ਕੜਾਹ ਪ੍ਰਸ਼ਾਦ ਹੀ ਮਿਲਦਾ ਹੈ। ਹੁਣ ਇਹਦੇ ਤੋਂ ਬਾਅਦ ਸਾਨੂੰ ਪਤਾ ਨਹੀਂ ਵੀ ਖਾਣਾ ਚਾਹੀਦਾ ਕਿ ਨਹੀਂ, ਅਤੇ ਕੋਈ ਤਰਕ ਵਾਲੀ ਬਾਤ ਤਾਂ ਹੈ ਨਹੀਂ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ, ਇਹਦੇ ਵਿੱਚ ਵੀ ਕਿਤੇ ਖਾਣ ਦੀ ਤਾਂ ਆਗਿਆ ਹੈ ਨਹੀਂ। ਇਹ ਮਾਸ ਵਾਲਾ ਸ਼ਬਦ ਅੱਜ ਹੁਕਮਨਾਮਾ ਆਇਆ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜਦੋਂ ਨਨਕਾਣਾ ਸਾਹਿਬ ਤੋਂ ਚੱਲ ਕੇ ਸੰਗਤਾਂ ਨੂੰ ਤਾਰਦੇ ਹੋਏ ਕੁਰੂਕਸ਼ੇਤਰ ਪਹੁੰਚੇ ਸਨ, ਉਦੋਂ ਸੂਰਜ ਗ੍ਰਹਿਣ ਦਾ ਬੜਾ ਭਾਰੀ ਪੁਰਬ ਲੱਗਿਆ ਹੋਇਆ ਸੀਗਾ। ਅਤੇ ਉੱਥੇ ਇੱਕ ਵਿਧਵਾ ਰਾਣੀ, ਜਿਹਦਾ ਘਰ ਵਾਲਾ ਰਾਜਾ ਮਾਰਿਆ ਗਿਆ ਸੀਗਾ, ਅਤੇ ਉਹ ਹਾਰ ਕੇ ਆਪਣੇ ਪੁੱਤਰ ਨੂੰ ਰਾਜ ਦਿਵਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਰੂਪ ਜਾਣ ਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਈ ਸੀ। ਅਤੇ ਉਹਨਾਂ ਨੇ ਇੱਕ ਹਰਨ ਮਾਰ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤਾ ਸੀ। ਅਤੇ ਮਹਾਰਾਜ ਕਹਿੰਦੇ ਵੀ ਇਹਨੂੰ ਸਵਾਰ ਕੇ ਤੁਸੀਂ ਆਪ ਹੀ ਚੁੱਲ੍ਹਾ ਬਾਲ ਕੇ ਅਤੇ ਤੋੜੇ ਵਿੱਚ ਰਿੰਨੋ। ਅੱਗ ਬਾਲਣ ਦੀ ਮਨਾਹੀ ਸੀਗੀ। ਸਤਿਗੁਰੂ ਜੀ ਬੜੇ ਕੌਤਕੀ ਸੀ, ਉਦੋਂ ਸਪੀਕਰ ਤਾਂ ਹੁੰਦੇ ਨਹੀਂ ਸੀ, ਨਾ ਸਟੇਜ ਹੁੰਦੀ ਸੀਗੀ। ਆਪਾਂ ਤਾਂ ਅਨਾਉਂਸ ਕਰਕੇ ਸੰਗਤਾਂ ਨੂੰ ਬੁਲਾ ਕੇ ਬਿਠਾ ਲੈਂਦੇ ਆ, ਅਤੇ ਮਹਾਰਾਜ ਦਾ ਇੱਕ ਤਰੀਕਾ ਹੁੰਦਾ ਸੀ ਵੀ ਸਾਡੇ ਕੋਲ ਲੋਕ ਇਕੱਠੇ ਹੋਣ, ਅਸੀਂ ਉਹਨਾਂ ਨੂੰ ਉਪਦੇਸ਼ ਦਈਏ। ਇਸ ਲਈ ਮਹਾਰਾਜ ਉਹ ਕਾਰਜ ਕਰਦੇ ਜਿਸ ਕਰਕੇ ਦੁਨੀਆ ਇਕੱਠੀ ਹੋਵੇ। ਅੱਗ ਬਾਲੀ ਅਤੇ ਸਾਰੇ ਬ੍ਰਾਹਮਣ ਆ ਗਏ, ਭੁੰਡਾ ਵਾਂਗ ਇਕੱਠੇ ਹੋ ਗਏ। ਜਦ ਮਾਸ ਰਿੰਨਿਆ ਅਤੇ ਹੋਰ ਉਹਨਾਂ ਨੂੰ ਅੱਗ ਲੱਗ ਗਈ, ਅਤੇ ਬੜਾ ਉਹਨੇ ਝਗੜਾ ਖੜਾ ਕਰ ਲਿਆ। ਗੁਰੂ ਜੀ ਨੇ ਹੱਥ ਨਹੀਂ ਲਾਇਆ। ਉਹ ਰਾਜੇ ਦੇ ਮੁੰਡੇ ਨੂੰ ਕਿਹਾ ਵੀ ਤੂੰ ਹੀ ਸਵਾਰ ਸਬੂਰ ਕੇ ਇਹਨੂੰ ਅਤੇ ਪਤੀਲੇ 'ਚ ਪਾ ਕੇ ਅਤੇ ਅੱਗ ਬਾਲ ਕੇ ਇਹਨਾਂ ਨੂੰ ਰਿੰਨ। ਉਹ ਰਿੱਝੇ ਨਾ ਜਦ ਰੱਖ ਦਿੱਤਾ, ਸਾਰੇ ਆ ਕੇ ਰੌਲਾ ਪਾਉਣ ਲੱਗ ਪਏ। ਸਤਿਗੁਰੂ ਮਹਾਰਾਜ ਦੇ ਸਵਾਲ 'ਤੇ ਸਵਾਲ ਕੀਤਾ, ਅਤੇ ਜਿਵੇਂ ਦਾ ਉਪਦੇਸ਼ ਹੋਇਆ ਪਿਆਰ ਨਾਲ ਸੁਣੋ ਜੀ। ਪਹਿਲਾ ਮਾਸੋਂ ਨਿੰਮਿਆ। ਮਹਾਰਾਜ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਮਾਸ ਦੇ ਵਿੱਚੋਂ ਪਾਪ ਪਿਤਾ ਦੀ ਅੰਸ਼ ਧਾਤੂ ਰੂਪ ਹੋ ਕੇ ਜੀਵ ਸਭ ਤੋਂ ਪਹਿਲਾਂ ਮਾਤਾ ਦੀ ਉਦਰ ਦੇ ਵਿੱਚ ਟਿਕਿਆ। ਮਸੈ ਅੰਦਰ ਵਾਸ। ਫਿਰ ਗਰਭ ਰੂਪੀ ਮਾਸ ਦੇ ਵਿੱਚ ਰਕਤ ਤੇ ਬਿੰਦ ਦੀ ਇਕੱਤਰਤਾ ਰੂਪ ਇਹ ਜੀਵ ਨੇ ਵਾਸਾ ਪਾਇਆ। ਜਿਉ ਪਾਏ ਮਾਸ ਮੋਹ ਮਿਲਿਆ। ਜਦ ਦੇਹ 'ਚ ਜੀਵ ਆਤਮਾ ਨੂੰ ਪਾਇਆ, ਅਤੇ
ਤਦ ਜੀਵ ਦੀ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕਰਨ ਵਾਸਤੇ ਮਾਸ ਦਾ ਹੀ ਪਰਦਾ ਮੂੰਹ ਉੱਤੇ ਮਿਲਿਆ ਕਿ ਪਾਣੀ ਆਦਿਕ ਪਦਾਰਥ ਅੰਦਰ ਜਾ ਕੇ ਸਵਾਸ ਆਉਣੋਂ ਹਟ ਨਾ ਜਾਣ। ਇਉਂ ਪਰਦਾ ਜਿਹਾ ਉਹਦੇ ਦੁਆਲੇ ਕਰ ਦਿੱਤਾ ਤੇ ਪਾਣੀ ਦੇ ਵਿੱਚ ਤੈਰਨ ਲੱਗ ਪਿਆ। ਮਾਸ ਦਾ ਹੀ ਪਰਦਾ ਆਇਆ ਹੱਡ ਚੰਮ ਤਨ ਮਾਸ ਅਤੇ ਹੱਡੀਆਂ ਤੇ ਚਮੜਾ ਤਵਚਾ ਸਰੀਰ ਸਾਰਾ ਕੁਝ ਮਾਸ ਦਾ ਹੀ ਬਣਿਆ। ਮਾਸੋਂ ਬਾਹਰ ਕੱਢਿਆ ਜਦ ਜੀਵ ਨੂੰ ਮਾਤਾ ਦੇ ਉਦਰੂ ਮਾਸ ਤੋਂ ਵੱਖਰਾ ਕੱਢਣਾ ਕੀਤਾ, ਭਾਵ ਮਾਤਾ ਨੇ ਜੀਵ ਨੂੰ ਜਨਮ ਦਿੱਤਾ। ਮਮਾ ਮਾਸ ਗਿਰਾਸ ਤਦ ਜੀਵ ਨੂੰ ਮਾਤਾ ਦੇ ਅਸਤਨਾਂ ਦੁਆਰਾ ਦੁੱਧ ਦਾ ਜਿਹੜਾ ਗਰਾਸ ਮਿਲਿਆ ਉਹ ਵੀ ਮਾਸ ਮੂੰਹ ਦੇ ਵਿੱਚ ਪਾ ਕੇ ਹੀ ਮਿਲਿਆ। ਮੋਹ ਮਾਸੈ ਕਾ ਜੀਭ ਮਾਸੈ ਕੀ ਅਸਤਨਾਂ ਨੂੰ ਚੂਸਣ ਵਾਲਾ ਮੂੰਹ ਵੀ ਮਾਸ ਦਾ ਹੀ ਹੈ ਤੇ ਜ਼ਬਾਨ ਵੀ ਮਾਸ ਦੀ ਹੈ। ਮਾਸੈ ਅੰਦਰ ਸਾਸ ਅਤੇ ਮਾਸ ਦੇ ਅੰਦਰ ਸਰੀਰ ਦੇ ਅੰਦਰ ਹੀ ਸਵਾਸ ਚੱਲ ਰਹੇ ਨੇ, ਜਿਸ ਤਰ੍ਹਾਂ ਬਲੈਡਰ ਜਿਹਾ। ਇਉਂ ਜਿਹੜਾ ਪੇਟ ਹੈ ਕਦੀ ਗਾਂਹ ਨੂੰ ਆਉਂਦਾ ਕਦੀ ਪਿਛਾਂਹ ਨੂੰ ਜਾਂਦਾ, ਇਹ ਸਵਾਸ ਚੱਲਦੇ ਨੇ ਮਾਸ ਦੇ ਬਲੈਡਰ ਦੇ ਵਿੱਚ। ਵੱਡਾ ਹੋਆ ਵਿਆਹਿਆ ਬੱਚੇ ਤੋਂ ਜਦ ਵੱਡਾ ਜਵਾਨ ਅਵਸਥਾ ਵਾਲਾ ਹੋਇਆ ਤਾਂ ਵਿਆਹਿਆ ਜਾਂਦਾ ਹੈ। ਘਰ ਲੈ ਆਇਆ ਮਾਸ ਘਰ ਵਿਆਹ ਕੇ ਇਸਤਰੀ ਰੂਪ ਬਣਿਆ ਤਣਿਆ ਮਾਸ ਦਾ ਭਾਂਡਾ। ਪਹਿਲਾਂ ਹੀ ਮਾਨ ਨਹੀਂ ਸੀਗਾ, ਮਿੱਟੀ ਦਾ ਜਿਹੜਾ ਬੁੱਤ, ਮਿੱਟੀ ਦਾ ਠੂਠਾ, ਸੋ ਇਹ ਮਿੱਟੀ ਦਾ ਮਾਧੋ ਪਹਿਲਾਂ ਹੀ ਮਾਨ ਨਹੀਂ ਸੀਗਾ, ਇੱਕ ਮਾਧੋ ਹੋਰ ਲਿਆ ਕੇ ਲਾਗੇ ਖੜਾ ਕਰ ਲਿਆ। ਮਾਸੋਂ ਹੀ ਮਾਸ ਉਪਜੈ ਫਿਰ ਇੱਕ ਇਸਤਰੀ ਪੁਰਖ ਰੂਪੀ ਮਾਸ ਦੇ ਭਾਂਡੇ ਤੋਂ ਹੀ ਮਾਸ ਦੇ ਬਣੇ ਤਨੇ ਪੁਤਲੇ ਧੀਆਂ ਪੁੱਤ ਪੈਦਾ ਹੋਏ। ਮਾਸੋਂ ਸਭੋ ਸਾਕ ਇਉਂ ਇਸਤਰੀ ਪੁਰਖ ਰੂ ਮਾਸ ਦੇ ਭਾਂਡੇ ਤੋਂ ਹੀ ਸਾਰੇ ਸਾਕ ਸੰਬੰਧੀ ਬਣੇ। ਇਹ 6 ਤੁਕਾਂ ਨੇ। ਇਹਦੇ ਵਿੱਚ ਜੋ ਸਿਧਾਂਤ ਆਇਆ, ਜੋ ਮਾਸ ਦਾ ਨਾਮ ਲੈਣ ਤੋਂ ਨਫ਼ਰਤ ਕਰਨ ਰੂਪ ਭਰਮ ਹੈ, ਇਹ ਭਰਮ ਜਾਲ ਤੋੜੇ ਤੋਂ ਬਿਨਾਂ ਗਿਆਨ ਵਿੱਚ ਸੁਤੰਤਰਤਾ ਨਹੀਂ ਆ ਸਕਦੀ ਤੇ ਨਾ ਹੀ ਸਤ ਅਸਤ ਦੀ ਗਿਆਤ ਹੋ ਸਕਦੀ ਹੈ। ਸਤਿਗੁਰ ਮਿਲਿਆ ਹੁਕਮ ਬੁੱਝੀਐ ਸੱਚੇ ਗੁਰੂ ਦੇ ਮਿਲਣ ਕਰਕੇ ਹੀ ਪਰਮੇਸ਼ਰ ਦਾ ਹੁਕਮ ਮੰਨਣਾ ਸਮਝੀਦਾ ਹੈ। ਤਾਂ ਕੋ ਆਵੈ ਰਾਸ ਤਾਂ ਹੀ ਕੋਈ ਸਚਾਈ ਵਿੱਚ ਆ ਸਕਦਾ ਹੈ। ਆਪ ਛੁਟੇ ਨਹਿ ਛੂਟੀਐ ਇਹ ਨਾਨੂ ਪੰਡਤ, ਸਾਰੇ ਪੰਡਤਾਂ ਦਾ ਪ੍ਰਧਾਨ ਨਾਨੂ ਸੀਗਾ। ਜੋ ਤੂੰ ਕਹਿ ਰਿਹਾ ਕਿ ਮੈਂ ਆਪ ਮਾਸ ਤੋਂ ਛੁੱਟਿਆ ਹੋਇਆ, ਇਸ ਤਰ੍ਹਾਂ ਕਹਿਣ ਨਾਲ ਛੁਟਕਾਰਾ ਨਹੀਂ ਹੁੰਦਾ। ਨਾਨਕ ਬਚਨ ਵਿਨਾਸ਼ ਮਹਾਰਾਜ ਕਹਿੰਦੇ ਤੇਰਾ ਬਚਨ ਨਾਸ਼ ਕਰਨ ਵਾਲਾ, ਤੂੰ ਵਿਅਰਥ ਹੀ ਬਚਨ ਬੋਲ ਰਿਹਾ। ਇਹਨਾਂ ਬਚਨਾਂ ਦੇ ਵਿੱਚ ਮਾਸ ਖਾਣ ਦੀ ਸਿੱਧਤਾ ਕਿਤੇ ਵੀ ਪ੍ਰਗਟ ਨਹੀਂ ਹੁੰਦੀ ਭਈ। ਫਿਰ ਵੀ ਜਿਹੜੇ ਮਾਸ ਖਾਣ ਦੀ ਜਿੱਦ ਕਰਨ ਵਾਲੇ ਸ਼ਬਦ ਦਾ ਸਹਾਰਾ ਲੈ ਕੇ ਗੁਰਮਤਿ ਸਿਧਾਂਤ ਤੋਂ ਉਲਟ ਮਨ ਘੜਤ ਗੱਲਾਂ ਦੇ ਨਾਲ ਮਾਸ ਖਾਣਾ ਸਿੱਧ ਕਰਨਾ ਚਾਹੁੰਦੇ ਨੇ, ਜੇ ਉਹਨਾਂ ਦੀ ਗੱਲ ਠੀਕ ਮੰਨ ਲਈ ਜਾਏ ਤਾਂ ਫਿਰ ਵੀ ਹਰ ਇੱਕ ਤੁਕ 'ਚ ਮਾਸ ਨੂੰ ਵਰਤਣ ਦੀ ਆਗਿਆ ਹੋਣੀ ਚਾਹੀਦੀ ਹੈ, ਜਿਸ ਵਿੱਚ ਕੁਚੀਲ ਰਕਤ ਬਿੰਦ ਇਸਤਰੀ ਦਾ ਰਿਤੂ, ਮਾਤਾ ਦੇ ਪੇਟ ਦਾ ਅਸਤਨ, ਗਰਭ ਅੰਦਰ ਬੱਚੇ ਦਾ ਬਣਿਆ ਹੋਇਆ ਪੁਤਲਾ, ਇਸ ਪੁਤਲੇ ਦੇ ਹੱਡ ਚਾਉ ਮਾਸ, ਇਸਤਰੀ ਦੇ ਦੁੱਧ ਵਾਲੇ ਚਸ਼ਮੇ, ਨੱਕ ਕੰਨ ਬੁੱਲ੍ਹ ਤੇ ਦੰਦਾਂ ਸਮੇਤ ਸਾਰਾ ਮੁੱਖ ਤੇ ਮੁੱਖ ਅੰਦਰਲੀ ਜੀਭਾ ਆਦਿਕ ਤੇ ਵਿਆਹ ਕੇ ਲਿਆਂਦੀ ਇਸਤਰੀ ਤੇ ਇਸਤਰੀ ਤੋਂ ਅੱਗੇ ਪੈਦਾ ਹੋਏ ਬਾਲ ਬੱਚੇ, ਸਾਕ ਸੰਬੰਧੀ ਆਦਿ, ਕੀ ਇਹਨਾਂ ਦਾ ਵੀ ਮਾਸ ਖਾ ਲੈਣਾ ਚਾਹੀਦਾ? ਦੱਸੋ, ਗੱਲਾਂ ਤਾਂ ਇਹੀ ਲਿਖੀਆਂ ਨੇ ਨਾ, ਉਹ ਖਾਣ ਦੀ ਆਗਿਆ ਥੋੜ੍ਹਾ ਆ। ਜਦ ਕਿ ਐਸਾ ਕੋਈ ਵੀ ਨਹੀਂ ਕਰਦਾ ਤੇ ਨਾ ਹੀ ਕਰਨਾ ਚਾਹੀਦਾ। ਫਿਰ ਇਸ ਸ਼ਬਦ 'ਚ ਮਾਸ ਖਾਣਾ ਕਿੱਥੋਂ ਸਿੱਧ ਹੋਇਆ? ਮੂਰਖ ਲੋਕ ਐਵੇਂ ਹੀ ਝਗੜਦੇ ਨੇ। ਇਸ ਲਈ ਇਹਨਾਂ ਬਚਨਾਂ ਤੋਂ ਮਾਸ ਖਾਣ ਦਾ ਪੱਖ ਸਿੱਧ ਕਰ ਲੈਣਾ ਨਿਰੀ ਅਗਿਆਨਤਾ ਤੇ ਮੂਰਖਤਾ ਹੈ। ਅੱਗੇ ਮਹੱਲਾ ਸੁਣੋ। ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਨੇ,
ਮਾਸ ਮਾਸ ਕਰ ਮੂਰਖ ਝਗੜੇ ਮਾਸ ਕਰਕੇ ਮੂਰਖ ਝਗੜਦੇ ਨੇ ਕਿ ਅਸੀਂ ਮਾਸ ਛੱਡਿਆ ਹੋਇਆ, ਅਸੀਂ ਖਾਂਦੇ ਨਹੀਂ ਆ। ਇਸ ਪ੍ਰਕਾਰ ਆਖਾ ਕੇ ਮੂਰਖ ਪੁਰਖ ਝਗੜਦੇ ਨੇ। ਗਿਆਨ ਧਿਆਨ ਨਹੀਂ ਜਾਣੈ ਨਿਰਗੁਣ ਦਾ ਗਿਆਨ ਤੇ ਸਰਗੁਣ ਦਾ ਧਿਆਨ ਉੱਕਾ ਹੀ ਨਹੀਂ ਜਾਣਦੇ। ਕੌਣ ਮਾਸ ਕੌਣ ਸਾਗ ਕਹਾਵੈ ਤੁਸੀਂ ਮਾਸ ਕਿਹਨੂੰ ਕਹਿੰਦੇ ਹੋ ਤੇ ਸਾਗ ਕਿਹਨੂੰ ਕਹਿੰਦੇ ਹੋ? ਦੱਸੋ ਭਲਾ। ਸਰੋਂ ਆਦਿਕ ਦੀਆਂ ਗੰਦਲਾਂ ਪੱਤੇ ਰਿੰਨ ਕੇ ਖਾਧੇ ਜਾਣ ਨੂੰ ਸਾਗ ਕਹਿੰਦੇ ਹੋ ਨਾ। ਤੇ ਜਿਹੜਾ ਦੂਜਾ ਮਾਸ ਹੈ, ਕਈ ਕਹਿੰਦੇ ਵੀ ਆਪਾਂ ਖਾਂਦੇ, ਕਈ ਕਹਿੰਦੇ ਨਹੀਂ ਖਾਂਦੇ। ਪ੍ਰਤੱਖ ਬੱਕਰੇ ਆਦਿਕ ਨੂੰ ਤੁਸੀਂ ਮਾਸ ਗਿਣਦੇ ਹੋ। ਇਹ ਬਾਣੀ ਲੌਜੀਕਲ ਹੈ, ਲੌਜਿਕ ਸਮਝੋ। ਸਾਗ ਤੇ ਮਾਸ ਦਾ ਮਤਲਬ ਕੀ ਹੈ? ਕਿਸ ਮਹਿ ਪਾਪ ਸਮਾਣੇ ਤੇ ਕਿਹਦੇ ਵਿੱਚ ਪਾਪ ਸਮਾਇਆ ਹੋਇਆ ਹੈ? ਸਾਧ ਸੰਗਤ ਜੀਓ, ਜਿਹੜਾ ਤਾਂ ਕਹੇ ਵੀ ਮੈਂ ਮਾਸ ਛੱਡਿਆ ਤੇ ਰਿਸ਼ਵਤ ਦਾ ਧਾਨ ਖਾਈ ਜਾਏ, ਲੁੱਟ ਖਾਈ ਜਾਏ, ਤੇ ਦੱਸੋ ਨੇ ਮਾਸ ਛੱਡਿਆ ਕੀ ਹੋਇਆ? ਤੇ ਜਿਹੜਾ ਕਹੇ ਮੈਂ ਸਾਗ ਖਾਂਦਾ ਤੇ ਮਾਸ ਛੱਡਿਆ ਹੋਇਆ, ਜੇ ਉਹ ਚੋਰੀ ਨਹੀਂ ਛੱਡਦਾ, ਯਾਰੀ ਨਹੀਂ ਛੱਡਦਾ, ਕਾਮ ਨਹੀਂ ਛੱਡਦਾ, ਕ੍ਰੋਧ ਨਹੀਂ ਛੱਡਦਾ, ਕੀ ਉਹਨੇ ਮਾਸ ਛੱਡਿਆ ਹੋਇਆ? ਮਤਲਬ ਕਹਿਣ ਦਾ ਵੀ ਮਾਸ ਖਾਣਾ ਕੋਈ ਚੰਗਾ ਤਾਂ ਨਹੀਂ, ਤੇ ਪਰ ਜੇ ਉਹ ਛੱਡਿਆ ਤੇ ਫਿਰ ਇਹ ਨਿੰਦਿਆ ਚੁਗਲੀ ਜਾਂ ਕਾਮ ਆਦਿਕ ਵਿਕਾਰ ਜਾਂ ਰਿਸ਼ਵਤ ਚੋਰੀ ਯਾਰੀ ਵੀ ਛੱਡੋ, ਔਗਣ ਵੀ ਛੱਡੋ, ਤੇ ਤਾਂ ਹੀ ਤੁਸੀਂ ਵੈਜ ਅਖਵਾ ਸਕਦੇ ਹੋ ਕਿ ਆਪਾਂ ਸਾਗ ਖਾਣ ਵਾਲੇ ਹਾਂ। ਮਹਾਰਾਜ ਦਾ ਬਚਨ ਹੈ, ਗੈਂਡਾ ਮਾਰ ਹੋਮ ਜਗ ਕੀਏ। ਪੰਡਤ ਦੇਵਤਿਆਂ ਦੇ ਵਾਸਤੇ ਗੈਂਡੇ ਆਦਿਕ ਜਾਨਵਰਾਂ ਨੂੰ ਮਾਰ ਕੇ ਹਵਨ ਤੇ ਜਗ ਕਰਦੇ ਨੇ। ਦੇਵਤਿਆਂ ਕੀ ਬਾਣੇ ਦੇਵਤਿਆਂ ਦੀ ਬਾਣੀ ਦੇ ਵਿੱਚ ਕਹਿੰਦੇ ਲਿਖਿਆ ਹੋਇਆ ਹੈ, ਮਾਸ ਛੋੜ ਬੈਸ ਨੱਕ ਪਕੜ ਹੈ। ਦਿਖਾਵੇ ਮਾਤਰ ਕਈ ਪਖੰਡੀ ਪੁਰਖ ਮਾਸ ਨੂੰ ਛੱਡ ਕੇ ਤੇ ਨੱਕ ਫੜਦੇ ਨੇ। ਰਾਤੀ ਮਾਨਸ ਖਾਣੇ ਤੇ ਰਾਤ ਨੂੰ ਲੋਕਾਂ ਦੀਆਂ ਜਨਾਨੀਆਂ ਦੇ ਬੈੱਡਾਂ ਤੇ ਜਾਂਦੇ ਨੇ, ਬਗਰੇ ਬੰਦੇ ਦੇ ਬੰਦੇ ਹੀ ਖਾ ਜਾਂਦੇ ਨੇ। ਤੋ ਇਹ ਵੀ ਇੱਕ ਜਿਹੜਾ ਮੋਹ ਚੁੰਮਣਾ ਚੱਟਣਾ, ਇਹ ਵੀ ਤਾਂ ਮਾਸ ਖਾਣਾ ਹੀ ਹੈ। ਨਿਕੰਮਾ ਆਪਣਾ ਤਾਂ ਛੱਡੇ ਬੰਦਾ, ਆਪਦੇ ਘਰ 'ਚ ਸੰਦੋਖ ਰੱਖੇ। ਦੱਸੋ ਕੀ ਵੈਜੀਟੇਰੀਅਨ ਹੋਇਆ ਜੇ ਉਹਨੇ ਇਹ ਬੁਰੇ ਕੰਮ ਹੀ ਨਹੀਂ ਛੱਡੇ? ਫੜ ਕਰ ਲੋਕਾਂ ਨੂੰ ਦਿਖਲਾਵੇ ਜਿਹਨੇ ਲੋਕਾਂ ਨੂੰ ਨੱਕ ਫੜ ਕੇ ਦਿਖਾਉਂਦੇ ਵੀ ਆਪਾਂ ਨੂੰ ਤਾਂ ਬੜੀ ਬਦਬੂ ਆਉਂਦੀ ਹੈ। ਗਿਆਨ ਧਿਆਨ ਨਹੀਂ ਸੂਝੈ ਪਰੰਤੂ ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਉਹਨੂੰ ਦਿਸਦਾ ਨਹੀਂ ਹੈ। ਨਾਨਕ ਅੰਧੇ ਸਿਉ ਕਿਆ ਕਹੀਐ। ਮਾਰੇ ਕਹਿੰਦੇ ਅੰਨੇ ਅਗਿਆਨੀ ਪੁਰਖਾਂ ਨੂੰ ਭਲਾ ਕੀ ਆਖੀਏ? ਝੋਟੇ ਅੱਗੇ ਬੀਨ ਵਜਾਉਣ ਦਾ ਫਾਇਦਾ ਕੋਈ ਨਹੀਂ। ਕਹੈ ਨਾ ਕਹਿਆ ਬੂਝੈ। ਕਹਿਣ ਦੇ ਨਾਲ ਲੋਕ ਸਮਝਦੇ ਨਹੀਂ ਹਨ। ਇਸ ਵਾਸਤੇ ਇਹ ਪੰਡਤ ਜੀ ਤੁਹਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ। ਨਾਨੂ ਕਹਿਣ ਲੱਗਾ ਵੀ ਤੁਸੀਂ ਮੈਨੂੰ ਅੰਨਾ ਆਖਿਆ। ਮਹਾਰਾਜ ਕਹਿੰਦੇ ਨੇ ਅੰਧਾ ਸੋਏ ਜੇ ਅੰਧ ਕਮਾਵੇ। ਅੰਨਾ ਉਹ ਹੁੰਦਾ ਜਿਹੜਾ ਅੰਨੇ ਕਰਮਾਂ ਨੂੰ ਕਮਾਵੇ। ਤਿਸ ਹਿਰਦੈ ਸੇ ਲੋਚਨ ਨਾਹੀ। ਉਹਦੇ ਹਿਰਦੇ ਵੈਰਾਗ ਵਿਵੇਕ ਰੂਪ ਨੇਤਰ ਨਹੀਂ ਹਨ, ਸ੍ਰੇਸ਼ਟ ਗਿਆਨ ਰੂਪੀ ਨੇਤਰ ਨਹੀਂ ਹਨ। ਮਾਤ ਪਿਤਾ ਕੀ ਰਕਤ ਨਿਪੰਨੇ। ਮਾਂ ਪਿਓ ਦੀ ਰਕਤ ਬਿੰਦ ਤੋਂ ਹੀ ਜੀ ਪੈਦਾ ਹੋਏ ਨੇ। ਮੱਛੀ ਮਾਸ ਨਾ ਖਾਹੀ। ਤੇ ਮੱਛੀ ਦਾ ਮਾਸ ਤੁਸੀਂ ਕਹਿੰਦੇ ਆਪਾਂ ਨਹੀਂ ਖਾਂਦੇ, ਭਾਵ ਆਂਦੇ ਹੋ ਕਿ ਜਿਹਨੇ ਮੱਛੀ ਦਾ ਮਾਸ ਖਾ ਲਿਆ ਉਹਨੇ ਸਾਰੇ ਮਾਸ ਹੀ ਖਾ ਲਏ, ਕਿਉਂਕਿ ਮੱਛੀ ਮੁਰਦੇ ਆਦਿਕ ਦਾ ਮਾਸ ਵੀ ਖਾਂਦੀ ਹੈ, ਪਰ ਕੋੜੀ ਦਾ ਮਾਸ ਵੀ ਖਾ ਜਾਂਦੀ। ਅਰਥਾਤ ਆਪਣੇ ਆਪਣੇ ਮਾਤਾ ਪਿਤਾ ਦੀ ਧਾਤੂਆਂ ਤੋਂ ਪੈਦਾ ਹੋਏ ਹੋ। ਇਹ ਬ੍ਰਾਹਮਣੋ, ਜੋ ਤੁਸੀਂ ਮੱਛੀ ਨੂੰ ਵਿਸ਼ੇਸ਼ ਕਰਕੇ ਕਹਿੰਦੇ ਹੋ ਕਿ ਖਾਣ ਯੋਗ ਨਹੀਂ, ਇਹ ਠੀਕ ਹੈ ਕਿ ਬਾਕੀ ਦੇ ਮਾਸਾਂ ਨਾਲੋਂ ਮੱਛੀ ਦਾ ਮਾਸ ਬਹੁਤ ਮੰਦਾ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੱਛੀ ਦਾ ਮਾਸ ਛੱਡ ਕੇ ਜੋ ਤੁਸੀਂ ਕੁਕਰਮ ਕਰਦੇ ਹੋ ਉਹ ਮੱਛੀ ਦੇ ਮਾਸ ਤੋਂ ਵੀ ਭੈੜੇ ਨੇ। ਅੰਨ ਆਦਿਕ ਸਾਗ ਨਾਲੋਂ ਮਾਸ ਭੈੜਾ, ਮਾਸ ਨਾਲੋਂ ਮੱਛੀ ਦਾ
ਮਾਸ ਭੈੜਾ। ਅਤੇ ਮੱਛੀ ਦੇ ਮਾਸ ਨਾਲ ਜੋ ਤੁਸੀਂ ਰਾਤ ਨੂੰ ਪਰਾਈਆਂ ਜਨਾਨੀਆਂ ਨਾਲ ਕੁਕਰਮ ਕਰਦੇ ਹੋ, ਇਹ ਮੱਛੀ ਦੇ ਮਾਸ ਨਾਲੋਂ ਵੀ ਭੈੜਾ। ਜਿੱਥੇ ਤੁਸੀਂ ਮੱਛੀ ਦੇ ਮਾਸ ਤੋਂ ਘਿਰਨਾ ਕਰਦੇ ਹੋ, ਉੱਥੇ ਤੁਸੀਂ ਉਸ ਕੁਕਰਮ ਨੂੰ ਵੀ ਤਿਆਗ ਨਾ ਕਰੋ, ਜੋ ਬਹੁਤ ਵੱਡਾ ਪਾਪ ਹੈ। ਇਸਤਰੀ ਪੁਰਖ ਹੈ ਜਾਂ ਨਿਸ ਮੇਲਾ। ਔਰਤ ਤੇ ਮਰਦ ਦਾ ਜਦੋਂ ਰਾਤ ਨੂੰ ਮਿਲਾਪ ਹੁੰਦਾ ਹੈ, ਉਥੈ ਮੰਦ ਕਮਾਹੀ। ਉੱਥੇ ਮਾਸ ਹੀ ਤਾਂ ਕਮਾਉਂਦੇ ਨੇ, ਮਾਸ ਦਾ ਤਾਂ ਵਿਹਾਰ ਕਰਦੇ ਨੇ, ਇੱਕ ਦੂਜੇ ਦੇ ਮਾਸ ਨਾਲ ਹੀ ਤਾਂ ਮੰਦ ਕਰਮ ਕਮਾਉਂਦੇ ਹਨ। ਉਹ ਕਹਿੰਦੇ ਆਪਾਂ ਮਾਸ ਨਹੀਂ ਖਾਂਦੇ ਹਾਂ। ਮਾਸੋਂ ਨਿੰਮੇ ਮਾਸੋਂ ਜੰਮੇ। ਜੀ ਪਿਤਾ ਦੀ ਅੰਸ਼ ਰੂਪ ਹੋ ਕੇ ਮਾਸ ਤੋਂ ਹੀ ਮਾਤਾ ਦੇ ਗਰਭ 'ਚ ਅਸਥਿਤ ਹੋਇਆ, ਮਾਤਾ ਦੇ ਗਰਭ ਰੂ ਮਾਸ ਤੋਂ ਹੀ ਜੀ ਪੈਦਾ ਹੋਏ। ਹਮ ਮਾਸੈ ਕੇ ਭਾਂਡੇ। ਇਉਂ ਤਮਾਮ ਜੀ ਮਾਸ ਦੇ ਹੀ ਭਾਂਡੇ ਨੇ। ਗਿਆਨ ਧਿਆਨ ਕਛ ਸੂਝੈ ਨਾਹੀ। ਗਿਆਨ ਤੇ ਧਿਆਨ ਦੀ ਕੁਝ ਸਮਝ ਨਹੀਂ ਹੈ। ਚਤੁਰ ਕਹਾਵੈ ਪਾਂਡੇ। ਇਹ ਪੰਡਤਾ ਤੂੰ ਆਪਣੇ ਆਪ ਨੂੰ ਸਿਆਣਾ ਖਮਾਉਂਦਾ ਹੈ। ਬਾਹਰ ਕਾ ਮਾਸ ਮੰਦਾ ਸੁਆਮੀ। ਬਾਹਰ ਦਾ ਮਾਸ ਦਾ ਤੈਨੂੰ ਮੰਦਾ ਲੱਗਦਾ, ਭੈੜਾ ਲੱਗਦਾ। ਘਰ ਕਾ ਮਾਸ ਚੰਗੇਰਾ। ਘਰ ਦਾ ਮਾਸ ਧੀਆਂ ਪੁੱਤ ਨੂੰ ਚੁੰਮਦਾ ਚੱਟਦਾ ਤੂੰ ਥੱਕਦਾ ਨਹੀਂ ਹੈ, ਇਹ ਤੈਨੂੰ ਚੰਗਾ ਲੱਗਦਾ। ਇਸਤਰੀ ਬੱਚੇ ਆਦਿਕ ਜੀ ਜੰਤ ਸਭ ਮਾਸੋਂ ਹੋਏ। ਸਭ ਜੀਆ ਜੰਤ ਮਾਸ ਤੋਂ ਹੀ ਪੈਦਾ ਹੋਏ। ਜੀਏ ਲਿਆ ਵਸੇਰਾ। ਤੇ ਮਾਸ 'ਚ ਹੀ ਜੀਵ ਆਤਮਾ ਨੇ ਵਾਸਾ ਲਿਆ ਹੋਇਆ ਹੈ। ਭਖ ਭਖੇ ਭਖ ਤਜ ਛੋੜ ਹੈ। ਜਿਹੜੇ ਨਾ ਖਾਣ ਵਾਲੇ ਪਦਾਰਥ ਉਹਨਾਂ ਨੂੰ ਤਿਆਗ ਕੇ ਤੇ ਜਿਹੜੇ ਖਾਣ ਵਾਲੇ ਪਦਾਰਥ ਨੇ ਉਹਨਾਂ ਨੂੰ ਖਾਣਾ ਚਾਹੀਦਾ ਹੈ। ਅੰਧ ਗੁਰੂ ਜਿਨ ਕੇਰਾ। ਪਰ ਜਿਹਨਾਂ ਦਾ ਗੁਰੂ ਅੰਨਾ ਹੈ, ਮਤਲਬ ਉਹ ਚੋਰੀ ਯਾਰੀ ਆਦਿਕ ਨਾ ਧਾਰਨ ਕਰਨ ਵਾਲੇ ਵੀ ਕੁਕਰਮ ਕਰਦੇ ਨੇ, ਤੇ ਜਿਹੜੇ ਧਾਰਨ ਵਾਲੀ ਭਗਤੀ ਉਹਨੂੰ ਤਿਆਗ ਦਿੰਦੇ ਨੇ। ਮਾਸੋਂ ਨਿੰਮੇ ਮਾਸੋਂ ਜੰਮੇ। ਸੋ ਮਾਤਾ ਪਿਤਾ ਦੇ ਅੰਸ਼ ਰੂਪ ਹੋ ਕੇ ਮਾਸ ਤੋਂ ਹੀ ਮਾਤਾ ਦੇ ਗਰਭ 'ਚ ਜੀਵ ਅਸਥਿਤ ਹੋਏ, ਤੇ ਮਾਤਾ ਦੇ ਗਰਭ ਰੂ ਮਾਸ ਤੋਂ ਹੀ ਪੈਦਾ ਹੋਏ। ਹਮ ਮਾਸੈ ਕੇ ਭਾਂਡੇ। ਅਸੀਂ ਮਾਸ ਦੇ ਹੀ ਭਾਂਡੇ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ। ਗਿਆਨ ਧਿਆਨ ਕੋਈ ਸਮਝਦਾ ਨਹੀਂ ਹੈ। ਚਤਰ ਕਹਾਵੈ ਪਾਂਡੇ। ਇਹ ਪੰਡਤਾ ਤੂੰ ਆਪਦੇ ਆਪ ਨੂੰ ਚੁਸਤ ਚਲਾਕ ਕਹਾਉਂਦਾ ਹੈ। ਮਾਸ ਪੁਰਾਣੀ ਮਾਸ ਕਤੇਬੀ। ਤੁਹਾਡੇ ਪੜ੍ਹੇ ਹੋਏ ਪੁਰਾਣਾਂ 'ਚ ਵੀ ਮਾਸ ਦਾ ਜ਼ਿਕਰ ਆਉਂਦਾ, ਤੇ ਕਤੇਬਾਂ ਮੁਸਲਮਾਨਾਂ ਦੀਆਂ ਉਹਨਾਂ 'ਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ। ਚੌਹ ਯੁਗ ਮਾਸ ਕਮਾਣਾ। ਚਾਰੇ ਯੁਗਾਂ ਜੀ ਮਾਸ ਨੂੰ ਕਮਾਉਣਾ ਕਰਦੇ ਨੇ, ਭਾਵ ਆਪ ਮਾਸ ਖਾਣ ਲਈ ਉਹ ਕਰਮ ਕਰਦੇ ਜਿਨ੍ਹਾਂ 'ਚ ਮਾਸ ਵਰਤਿਆ ਜਾਵੇ। ਜਜ ਕਾਜ ਵਿਆਹੇ ਸੁਹਾਵੈ। ਜੱਜ ਪੂਜਾ ਦੇ ਸਮੇਂ ਜਾਂ ਵਿਆਹ ਆਦਿਕ ਦੇ ਸਮੇਂ ਕੋਈ ਵੀ ਸ਼ੋਭਨੀ ਕਾਰਜ ਹੋਵੇ, ਉੱਥੇ ਵੀ ਸੰਬੰਧੀਆਂ ਦਾ ਉਥੈ ਮਾਸ ਸਮਾਣਾ। ਮੇਲ ਜੋ ਰੂਪ ਮਾਸ ਸਮਾਇਆ ਹੁੰਦਾ, ਭਾਵ ਮਾਸ ਦੇ ਸਰੀਰਾਂ ਦਾ ਇਕੱਠ ਹੁੰਦਾ ਹੈ। ਇਸਤਰੀ ਪੁਰਖ ਨਿਪਜਹਿ ਮਾਸੋਂ। ਔਰਤ ਤੇ ਪੁਰਖ ਸਭ ਮਾਸ ਤੋਂ ਹੀ ਪੈਦਾ ਹੋਏ ਨੇ। ਪਾਤਸ਼ਾਹ ਸੁਲਤਾਨਾ। ਭਾਵੇਂ ਕੋਈ ਬਾਦਸ਼ਾਹ ਤੇ ਭਾਵੇਂ ਚੱਕਰਵਰਤੀ ਪਾਤਸ਼ਾਹ ਹੈ। ਜੇ ਓਏ ਦਿਸ ਹੈ ਨਰਕ ਜਾਂਦੇ। ਜੇ ਪੰਡਤਾ ਤੈਨੂੰ ਮਾਸ ਖਾਣ ਵਾਲੇ ਨਰਕਾਂ 'ਚ ਜਾਂਦੇ ਦਿਖਦੇ ਨੇ, ਤਾਂ ਉਨਕਾ ਦਾਨ ਨਾ ਲੈਣਾ। ਤਾਂ ਤੁਸੀਂ ਫਿਰ ਉਹਨਾਂ ਤੋਂ ਦਾਨ ਕਿਉਂ ਲੈਂਦੇ ਹੋ? ਮਤਲਬ ਕਹਿਣ ਦਾ ਵੀ ਜੇ ਮਾਸ ਖਾਣ ਵਾਲੇ ਮਾੜੇ, ਫਿਰ ਉਹਨਾਂ ਤੋਂ ਮੰਗਦੇ ਕਿਉਂ? ਦੇਂਦਾ ਨਰਕ ਸੁਰਗ ਲੈਂਦੇ। ਖਾਣ ਵਾਲਿਆਂ ਨੂੰ ਤੁਸੀਂ ਕਹਿੰਦੇ ਨਰਕਾਂ 'ਚ ਜਾਊਗਾ, ਤੇ ਲੈਣ ਵਾਲੇ ਤੁਸੀਂ ਕੀ ਸਵਰਗਾਂ 'ਚ ਜਾਓਗੇ? ਕਿਹੜੀ ਕਿਤਾਬ 'ਚ ਲਿਖਿਆ ਦੱਸੋ? ਦੇਖੋ ਇਹੋ ਤਿੰਘਾਣਾ। ਇਹ ਬੇਇਨਸਾਫੀ ਵਾਲੀ ਤੁਹਾਡੀ ਧਿੰਗੋ ਜੋਰੀ ਵਾਲੀ ਬਾਤ ਹੈ। ਆਪ ਨਾ ਬੁਝਾਏ ਲੋਕ ਬੁਝਾਏ। ਇਹ ਨਾਨੂ ਪੰਡਤ ਤੂੰ ਆਪ ਤਾਂ ਸਮਝਦਾ ਨਹੀਂ, ਲੋਕਾਂ ਨੂੰ ਸਮਝਾਉਣ ਬੈਠ ਗਿਆ। ਪਾਂਡੇ ਖਰਾ ਸਿਆਣਾ। ਇਹ ਪੰਡਤਾ ਤੂੰ ਚੰਗਾ ਸਿਆਣਾ ਹੈ। ਪਾਂਡੇ ਤੂੰ ਜਾਣੈ ਹੀ ਨਾਹੀ। ਇਹ ਪੰਡਤਾ ਇਸ ਗੱਲ ਨੂੰ ਤੂੰ ਜਾਣਦਾ ਹੀ ਨਹੀਂ ਹੈ ਕਿੱਥੋਂ ਮਾਸ ਉਪੰਨਾ।
ਇਹ ਮਾਸ ਪੈਦਾ ਕਿੱਥੋਂ ਹੋਇਆ ਹੈ? ਤੋਇ ਉਹ ਅੰਨ ਕਮਾਦ ਕਪਾਹਾਂ ਪਾਣੀ ਤੋਂ ਹੀ ਅੰਨ ਤੇ ਕਮਾਦ ਤੇ ਪਾਣੀ ਤੋਂ ਹੀ ਕਪਾਹ ਆਦਿਕ ਪੈਦਾ ਹੋਏ। ਤੋਇ ਉਹ ਤ੍ਰੇ ਭਵਨ ਗੰਨਾ ਤੇ ਪਾਣੀ ਤੋਂ ਹੀ ਤਿੰਨੇ ਭਵਨ ਬਣੇ ਨੇ। ਤੋਆ ਆਖੈ ਹਉ ਬਹੁ ਵਿਧ ਹਛਾ ਤੁਸੀਂ ਗੰਗਾ ਆਦਿਕ ਦੇ ਪਾਣੀ ਨੂੰ ਤਾਂਦੇ ਹੋ ਕਿ ਬਹੁਤ ਚੰਗਾ ਹੈ, ਤੋਐ ਬਹੁਤ ਬੇਕਾਰਾ ਤੇ ਇਹ ਪਾਣੀ ਦੇ ਵਿੱਚ ਤੁਸੀਂ ਸਮਝਦੇ ਨਹੀਂ ਵੀ ਬਹੁਤ ਵਿਕਾਰ ਹਨ। 42 ਲੱਖ ਜੂਨ ਪਾਣੀ 'ਚ ਹੀ ਹੈ ਤੇ ਸਾਰਾ ਮਾਸ ਆਦਿਕ ਵੀ ਤਾਂ ਪਾਣੀ ਤੋਂ ਹੀ ਬਣਿਆ ਹੈ। ਮਾਂ ਕੀ ਰਕਤ ਕੀ ਹੈ? ਪਾਣੀ ਤਾਂ ਹੈ, ਲਿਕਵਿਡ। ਤੇ ਪਿਤਾ ਦੀ ਬਿੰਦ ਕੀ ਹੈ? ਪਾਣੀ ਤਾਂ ਹੈ। ਪਵਨ ਗੁਰੂ ਪਾਣੀ ਤਾਂ ਪਿਤਾ ਹੀ ਹੋਇਆ। ਫਿਰ ਇੱਕ ਪਾਸੇ ਗੰਗਾ ਦਾ ਪਾਣੀ ਪਿੱਤਰ ਜਾਣ ਕੇ ਪੀਂਦੇ ਹੋ, ਦੂਜੇ ਪਾਸੇ ਪਾਣੀ ਤੋਂ ਬਣੀ ਚੀਜ਼ ਨੂੰ ਤੁਸੀਂ ਥੂ ਥੂ ਕਰਦੇ ਹੋ। ਇਤੇ ਰਸ ਛੋੜ ਹੋਵੈ ਸੰਨਿਆਸੀ ਇਤਨੇ ਕਥਨ ਕੀਤੇ ਹੋਏ ਬਾਹਜ ਅਤੇ ਅੰਤਰੀਵ ਰਸਾਂ ਨੂੰ ਛੱਡਣ ਵਾਲਾ ਹੀ ਤਿਆਗੀ ਹੁੰਦਾ ਹੈ। ਨਾਨਕ ਕਹੈ ਵਿਚਾਰਾ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਵਿਚਾਰ ਦੀ ਗੱਲ ਕਹਿੰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਵੀ ਇੱਕ ਮਾਸ ਦਾ ਰਸ ਛੱਡਣ ਵਾਲਾ ਹੀ ਸੰਨਿਆਸੀ ਨਹੀਂ ਹੈ। ਜਿਹੜੇ ਹੋਰ ਰਸ ਕਸ ਨੇ, ਜਿਸ ਤਰ੍ਹਾਂ ਫਰੀਦ ਨੇ ਆਖਿਆ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਦੂਜੇ ਰਸਾਂ ਕਸਾਂ ਨੂੰ ਖਾਈ ਜਾਣਾ ਤੇ ਮਾਸ ਨੂੰ ਮੰਦਾ ਕਹੀ ਜਾਣਾ। ਕਹਿਣ ਦਾ ਮਤਲਬ ਜੇ ਤੁਸੀਂ ਮਾਸ ਛੱਡਿਆ ਤੁਸੀਂ ਚੰਗੇ ਹੋ, ਤੇ ਦੂਜੇ ਰਸਾਂ ਨੂੰ ਵੀ ਛੱਡੋ। ਇੰਜ ਇਹ ਗੁਰੂ ਸਾਹਿਬ ਨੇ ਵਿਚਾਰ ਦਿੱਤੀ ਹੈ। ਇਹਦੇ 'ਚ ਖਾਣ ਦੀ ਕਿਤੇ ਆਗਿਆ ਨਹੀਂ ਹੈ, ਤੋ ਦੂਜੇ ਰਸਾਂ ਨੂੰ ਛੱਡਣ ਦੀ ਆਗਿਆ ਹੈ। ਵੀ ਪਾਤਸ਼ਾਹ ਕਥਨ ਕਰਦੇ ਨੇ ਵੀ ਜੇ ਇੱਕ ਬਿਮਾਰੀ ਤੋਂ ਤੁਸੀਂ ਰਹਿਤ ਹੋਏ ਹੋ ਤੇ ਦੂਜੀਆਂ ਬਿਮਾਰੀਆਂ ਸਹੇੜ ਕੇ ਬੈਠ ਗਏ ਹੋ, ਦੂਸਰੀਆਂ ਵੀ ਛੱਡਣੀਆਂ ਚਾਹੀਦੀਆਂ ਨੇ। ਪੌੜੀ ਪੌੜੀ ਮਲਾਰ ਦੀ ਵਾਰ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਹਉ ਕਿਆ ਆਖਾਂ ਇੱਕ ਜੀਵ ਮੈਂ ਪਰਮਾਤਮਾ ਤੇਰੀ ਸਿਫਤ ਇੱਕ ਜ਼ਬਾਨ ਨਾਲ ਕੀ ਆਖਾਂ। ਤੇਰਾ ਅੰਤ ਨਾ ਕਿਨਹੀ ਪਾਇਆ ਕਿਉਂਕਿ ਤੇਰਾ ਅੰਤ ਅੱਜ ਤੱਕ ਕਿਸੇ ਨਹੀਂ ਪਾਇਆ। ਸੱਚਾ ਸ਼ਬਦ ਵਿਚਾਰ ਇਹ ਸੱਚਾ ਸ਼ਬਦ ਦਾ ਵਿਚਾਰ ਹੈ। ਸੇ ਤੁਝ ਹੀ ਮਾਹੇ ਸਮਾਇਆ ਸੋ ਉਹਨਾਂ ਦੇ ਮਨ ਦੇ ਵਿੱਚ ਇਹ ਸਮਾਇਆ ਲੀਨ ਹੋਇਆ ਹੈ। ਜਿਹੜੇ ਇਹਨੂੰ ਸਮਝਦੇ ਨੇ ਉਹ ਤੇਰੇ ਸਰੂਪ 'ਚ ਹੀ ਸਮਾ ਗਏ ਨੇ। ਇੱਕ ਭਗਵਾ ਵੇਸ ਕਰ ਭਰਮ ਦੇ ਇੱਕ ਗੇਰੂ ਰੰਗ ਦੇ ਕੱਪੜੇ ਪਹਿਨ ਕੇ ਸੰਸਾਰ 'ਚ ਭਟਕਦੇ ਨੇ, ਵਿਣ ਸਤਿਗੁਰ ਕਿਨੈ ਨਾ ਪਾਇਆ ਪਰ ਸੱਚੇ ਗੁਰੂ ਤੋਂ ਬਿਨਾਂ ਕਿਸੇ ਵੀ ਤੇਰੇ ਸਰੂਪ ਨੂੰ ਨਹੀਂ ਪਾਇਆ। ਦੇਸ ਦਿਸੰਤਰ ਭਵ ਥੱਕੇ ਦੇਸ਼ਾਂ ਦਿਸ਼ਾਂਤਰਾਂ 'ਚੋਂ ਭੌਂਦੇ ਥੱਕ ਗਏ, ਤੁਧ ਅੰਦਰ ਆਪ ਲੁਕਾਇਆ ਪਰ ਉਹਨਾਂ ਦੇ ਹਿਰਦੇ 'ਚ ਤੂੰ ਆਪਣਾ ਆਪ ਲੁਕਾਇਆ ਹੋਇਆ ਹੈ। ਗੁਰ ਕਾ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਰਤਨ ਦੀ ਤਰ੍ਹਾਂ ਅਮੋਲਕ ਹੈ। ਕਰ ਚਾਨਣ ਆਪ ਦਿਖਾਇਆ ਗਿਆਨ ਦਾ ਚਾਨਣ ਕਰਕੇ ਆਪਣਾ ਸਰੂਪ ਉਹਨਾਂ ਗੁਰਮੁਖਾਂ ਨੂੰ ਤੂੰ ਦਿਖਾ ਦਿੱਤਾ ਹੈ, ਜਿਨ੍ਹਾਂ ਨੇ ਸ਼ਬਦ ਦਾ ਦੀਵਾ ਆਪਣੇ ਹਿਰਦੇ 'ਚ ਪ੍ਰਕਾਸ਼ਿਆ ਹੈ। ਆਪਣਾ ਆਪ ਪਛਾਣਿਆ ਜਿਨ੍ਹਾਂ ਆਪਣਾ ਸਰੂਪ ਸ਼ਬਦ ਦੁਆਰਾ ਪਹਿਚਾਨ ਲਿਆ ਆਪ, ਗੁਰਮਤੀ ਸੱਚ ਸਮਾਇਆ ਉਹਨਾਂ ਦਾ ਮਨ ਗੁਰਸਿੱਖਿਆ ਦੁਆਰਾ ਤੇਰੇ ਸਤ ਸਰੂਪ 'ਚ ਸਮਾ ਗਿਆ, ਲੀਨ ਹੋ ਗਿਆ ਹੈ। ਆਵਾ ਗੌਣ ਬਜ਼ਾਰੀਆ ਜਿਨ੍ਹਾਂ ਨੇ ਇੰਦਰੀਆਂ ਨੂੰ ਬਾਜ਼ਾਰ ਨੂੰ ਸੰਸਾਰ ਦੇ ਵਿੱਚ ਰਚਾਉਣਾ ਕੀਤਾ, ਬਾਜ਼ਾਰ ਜਿਨੀ ਰਚਾਇਆ ਜਿਨ੍ਹਾਂ ਨੇ ਭੇਖਾਂ ਦਾ ਵਿਖਾਵਾ ਬਣਾਇਆ ਹੋਇਆ, ਉਹਨਾਂ ਮਸ਼ਕਰੀਆਂ ਵਾਸਤੇ ਆਉਣਾ ਜਾਣਾ ਜੰਮਣਾ ਮਰਨਾ ਬਣਿਆ ਹੈ। ਇੱਕ ਥਿਰ ਸੱਚਾ ਸਲਾਹਣਾ ਸੋ ਉਹਨਾਂ ਨੇ ਤੈਨੂੰ ਸਥਿਤ ਰਹਿਣ ਵਾਲਾ ਤੇ ਸੱਚਾ ਜਾਣ ਕੇ ਚਿੱਤ ਨਾਲ ਤੇਰੀ ਸਲੋਤਾ ਸਿਫਤ ਕੀਤੀ ਹੈ। ਜਿਨ ਮਨ ਸੱਚਾ ਪਾਇਆ ਇਹ ਵਾਹਿਗੁਰੂ ਜਿਨ੍ਹਾਂ ਦੇ ਮਨ ਚਿੱਤ ਵਿੱਚ ਤੇਰਾ ਸੱਚਾ ਨਾਮ ਪਾਇਆ, ਚੰਗਾ ਲੱਗਾ ਹੈ। ਹੁਕਮਨਾਮਾ ਹੀ ਲੰਮੇਰਾ ਸੀਗਾ, ਇਸ ਲਈ ਸਮਾਂ ਤਾਂ ਲੱਗਣਾ ਹੀ ਸੀਗਾ। ਢੀਂਡਸਾ ਸਾਹਿਬ ਦਾ ਬਕਾਇਦਾ ਹੁਕਮ ਹੁੰਦਾ ਹੈ, ਅਸੀਂ ਹੁਕਮ ਦੇ ਬੱਝੇ ਹਾਂ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਇਹ ਪਾਵਨ ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਦੌਰਾਨ
ਜੋ ਗੁਰੂ ਸਾਹਿਬ ਨੇ ਬਖਸ਼ੀ ਹੈ ਉਹਦੀ ਵਿਚਾਰ ਬਾਬਾ ਜੀ ਦੇ ਜਨਮ ਦਿਹਾੜੇ 'ਤੇ ਆਪਾਂ ਨੇ ਰਲ ਮਿਲ ਕੇ ਕੀਤੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਮਨ ਗੁਰਬਾਣੀ ਦੇ ਵਿੱਚ ਜੁੜਨ, ਚੜ੍ਹਦੀ ਕਲਾ ਹੋਵੇ ਜੀ। ਬਾਬਾ ਜੀ ਸਭਨਾਂ ਦੇ ਘਰਾਂ ਵਿੱਚ ਸੁਖ ਸ਼ਾਂਤੀ, ਚੜ੍ਹਦੀਆਂ ਕਲਾ, ਉੱਚਾ ਸੁੱਚਾ ਜੀ ਨੂੰ ਬਖਸ਼ਿਸ਼ ਕਰਨ ਜੀ। ਆਵਾ ਗੌਣ ਬਜ਼ਾਰੀਆ, ਬਾਜ਼ਾਰ ਜਿਨੀ ਰਚਾਇਆ। ਇੱਕ ਥਿਰ ਸੱਚਾ ਸਲਾਹਣਾ, ਜਿਨ ਮਨ ਸੱਚਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅਰਦਾਸ।